ਗੁਰੂ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਬੰਧਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੋ ਤਰਾ ਤਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਦਦ ਬੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਸਨੇ ਸਨੇ ਪਾਇਨ ਸੋ ਗਇਓ। ਜਾਏ ਦਰਸ ਸ੍ਰੀ ਗੁਰ ਕੋ ਕਹਿਓ। ਪਦ ਅਰਬਿੰਦ ਬੰਦਨਾ ਤਾਰੀ। ਬੈਠਿਓ ਨਮਰ ਸੋ ਹੋਏ ਅਗਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬੜ ਭਾਗੀ ਹੋ ਜੋ ਵੈਰਾਗ ਤਿਆਗ ਤੇ ਅਨੁਰਾਗ ਦੀ ਮੂਰਤ ਧਰਮ ਤੁਜ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਮਹਾਨ ਅਸਥਾਨ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਨਿਰਮਲ ਗਿਆਨ ਦੇ ਸਾਗਰ ਜਗਤ ਦੇ ਗੁਰੂ ਜੁਗੋ ਜੁਗਾ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਗੋਦ ਦੇ ਅੰਦਰ ਜੁੜ ਬੈਠ ਕੇ ਆਪਣੇ ਅਮੋਲਕ ਜੀਵਨ ਨੂੰ ਸਫਲਾ ਕਰ ਰਹੇ ਹੋ। ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਦੇ ਨਾਲ
ਵਡਭਾਗੀ ਗੁਰਸਿੱਖਾਂ ਨੇ ਗੁਰੂ ਕੀ ਗੋਦ ਦਾ ਆਨੰਦ ਮਾਣਦਿਆਂ ਹੋਇਆਂ ਗੁਰੂ ਘਰ ਦੇ ਕੀਰਤਨੀਏ ਗੁਰਸਿੱਖਾਂ ਪਾਸੋਂ ਭਾਵਨਾ ਸਹਿਤ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਜੀ ਉੱਥੇ ਕੁਝ ਸਮੇਂ ਲਈ ਚੱਲ ਰਹੀ ਲੜੀਵਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਇਤਿਹਾਸ ਦੀ ਕਥਾ ਦੇ ਨਾਲ ਜੁੜੀਏ। ਅੱਜ ਉੱਥੇ ਮਹਾਨ ਸ਼ਹੀਦੀ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਦਾ ਪੂਜਨੀਕ ਮਾਤਾ ਗੁਜਰ ਕੌਰ ਜੀ ਦਾ ਪਾਵਨ ਸ਼ਹੀਦੀ ਦਿਹਾੜਾ, ਜਿੱਥੇ ਵੀ ਕਿਤੇ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਬੈਠੀਆਂ ਨੇ, ਭਾਵਨਾ ਦੇ ਨਾਲ ਬਾਬਿਆਂ ਦੇ ਇਹ ਸ਼ਹੀਦੀ ਦਿਹਾੜੇ ਨੂੰ ਮਨਾ ਰਹੀਆਂ ਨੇ। ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਜੋ ਸਰਹੰਦ ਦੇ ਵਿੱਚ ਸ਼ਹਾਦਤਾਂ ਜਾਮ ਪੀਂਦੇ ਨੇ, ਵੱਡੇ ਸਾਹਿਬਜ਼ਾਦੇ ਚਮਕੌਰ ਗੜ੍ਹੀ ਦੇ ਅੰਦਰ ਸ਼ਹਾਦਤਾਂ ਜਾਮ ਪੀ ਜਾਂਦੇ ਨੇ। ਦੋ ਤਰ੍ਹਾਂ ਦੇ ਇਹ ਸੂਰਮੇ ਨੇ। ਇੱਕ ਉਹ ਹੈ ਜਿਹੜਾ ਕਹਿੰਦਾ ਮੈਂ ਦੁਸ਼ਮਣ ਦੇ ਹੱਥ ਨਹੀਂ ਆਉਣਾ, ਉਹ ਅਖੀਰਲੇ ਦਮ ਤੱਕ ਦੁਸ਼ਮਣ ਦੇ ਨਾਲ ਜੂਝਦਾ ਹੋਇਆ ਸ਼ਹਾਦਤਾਂ ਜਾਮ ਪੀ ਜਾਂਦਾ ਹੈ। ਤੇ ਦੂਸਰਾ ਸੂਰਮਾ ਉਹ ਹੈ ਜਿਹੜਾ ਦੁਸ਼ਮਣ ਦੇ ਹਰ ਹਥਿਆਰ ਨੂੰ ਖੁੰਡਾ ਕਰ ਦਿੰਦਾ ਹੈ। ਦੁਸ਼ਮਣ ਆਪਣੇ ਜ਼ੁਲਮ ਦੀ ਇੰਤਹਾ ਕਰ ਦਿੰਦਾ ਹੈ, ਪਰ ਉਹ ਸੂਰਵੀਰ ਆਪਣੇ ਤਨ ਦੇ ਉੱਪਰ ਦੁਸ਼ਮਣ ਦੇ ਜ਼ੁਲਮਾਂ ਨੂੰ ਸਹਾਰਦਾ ਹੈ, ਉਹਦੀ ਈਨ ਨਹੀਂ ਮੰਨਦਾ। ਉਹਦੀ ਆਤਮਾ ਇੰਨੀ ਬਲਵਾਨ ਹੁੰਦੀ ਹੈ, ਜ਼ਮੀਰ ਇੰਨੀ ਅਮਰ ਹੁੰਦੀ ਹੈ, ਇੰਨੀ ਤਾਕਤਵਰ ਹੁੰਦੀ ਹੈ, ਉਹ ਕਿਸੇ ਦੀ ਵੀ ਈਨ ਨਹੀਂ ਮੰਨਦੀ। ਚਮਕੌਰ ਗੜ੍ਹੀ ਦੀ ਜੰਗ ਇਹ ਸਿਖਾਉਂਦੀ ਹੈ ਕਿ ਜੇ ਦੁਸ਼ਮਣ ਦੇ ਨਾਲ ਸ਼ਾਸਤਰ ਪਕੜ ਕਰਕੇ ਯੁੱਧ ਕਰਨਾ ਹੈ ਤੇ ਦੁਸ਼ਮਣ ਦੇ ਹੱਥ ਨਹੀਂ ਆਉਣਾ, ਤੇ ਆਖਰੀ ਦਮ ਤੱਕ ਦੁਸ਼ਮਣ ਨਾਲ ਜੂਝਦਾ ਹੋਇਆ ਸ਼ਹਾਦਤਾਂ ਜਾਮ ਪੀ ਜਾਣਾ ਹੈ। ਸਰਹੰਦ ਦੀ ਦੀਵਾਰ ਇਹ ਗੱਲ ਸਮਝਾਉਂਦੀ ਹੈ ਕਿ ਦੁਸ਼ਮਣ ਦੇ ਹਰ ਹਥਿਆਰ ਨੂੰ ਖੁੰਡਾ ਕਰਨਾ, ਦੁਸ਼ਮਣ ਦੇ ਅਨੇਕਾਂ ਤਰ੍ਹਾਂ ਦੇ ਸ਼ਾਮ ਦਾਮ ਭੇਦ ਦੰਡ ਇਤਿਆਦਿਕ ਜੋ ਹਥਿਆਰ ਨੇ, ਉਹਨਾਂ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦੇਣਾ। ਦੁਸ਼ਮਣ ਦੇ ਇਹਨਾਂ ਹਥਿਆਰਾਂ ਨੂੰ ਮੋੜ ਦੇਣਾ ਹੈ, ਆਪਣੀ ਜ਼ਮੀਰ ਨੂੰ ਹਮੇਸ਼ਾ ਬਲਵਾਨ ਰੱਖਣਾ ਹੈ, ਕਦੇ ਵੀ ਜ਼ਮੀਰ ਨੂੰ ਕਿਸੇ ਦਾ ਗੁਲਾਮ ਨਹੀਂ ਬਣਨ ਦੇਣਾ, ਜ਼ਮੀਰ ਨੂੰ ਆਜ਼ਾਦ ਰੱਖਣਾ ਹੈ। ਔਰ ਸੂਬੇ ਨੇ ਸਰਹੰਦ ਵਿਖੇ ਆਪ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਸਾਹਿਬਜ਼ਾਦਿਆਂ ਦਾ, ਉਹਨਾਂ ਬਾਬਿਆਂ ਦਾ ਇਹ ਸਾਰਾ ਇਤਿਹਾਸ ਸਰਵਣ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਹ ਲਖਤੇ ਜ਼ਿਕਰ ਜੋ ਵਜ਼ੀਰ ਖਾਨ ਨੇ ਬੜੇ ਲਾਲਚ ਦਿੱਤੇ ਸਨ, ਉਹਨਾਂ तमाम ਲਾਲਚਾਂ ਨੂੰ ਠੁਕਰਾ ਦਿੱਤਾ ਹੈ। ਆਖਿਰ ਸ਼ਹਾਦਤ ਦਾ ਜਾਮ ਪੀ ਲਿਆ। ਇਹ ਸਿੱਖੀ ਦੇ ਬੂਟੇ ਦੇ ਵਿੱਚ
ਉਹਦੀਆਂ ਜੜ੍ਹਾਂ ਦੇ ਅੰਦਰ ਕਲਗੀਧਰ ਪਿਤਾ ਦੇ ਲਖ ਤੇ ਜਿਗਰਾ ਨੇ ਆਪਣੇ ਖੂਨ ਨੂੰ ਪਾ ਕਰਕੇ ਇਹਨੂੰ ਹੋਰ ਸਿੰਜ ਦਿੱਤਾ, ਇਹਨੂੰ ਪ੍ਰਫੁੱਲਤ ਕਰ ਦਿੱਤਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਾਹੌਰ ਦੀ ਧਰਤੀ ਦੇ ਉੱਪਰ ਇਹ ਵਚਨ ਕੀਤੇ ਸਨ ਕਿ ਥੋੜੇ ਦਿਨਾਂ ਦੇ ਅੰਦਰ ਹੀ ਫੁੱਲ ਇਸ ਦੇ ਖਿਲਰ ਜਾਣਗੇ, ਇਉਂ ਸਾਰੇ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ, ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮਹਿਕ ਉੱਠੇਗੀ ਚਮਕੌਰ ਦੀ ਜੂ ਸਾਰੀ, ਟੁੱਟੇ ਜਦੋਂ ਦੋ ਰੁੱਤ ਅਧ ਖਿੜੇ ਬਹਾਰ ਦੇ ਅੰਦਰ, ਅਧ ਖਿੜੇ ਹੀ ਤੋੜ ਕੇ ਟਾਹਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਦੇ ਅੰਦਰ, ਲਾਗੇ ਖਿਜਾ ਦੇ ਇਸਨੇ ਟੁਕਣਾ ਨਹੀਂ, ਲੱਗੀ ਔੜ ਤੇ ਇਸਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖ ਤੇ ਜਿਗਰਾ ਨੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੇ ਅਖੀਰ ਸ਼ਹਾਦਤ ਦਾ ਜਾਮ ਪੀਤਾ ਹੈ। ਵਜ਼ੀਰ ਖਾਨ ਨੇ ਨੀਹਾਂ ਦੇ ਵਿੱਚ ਚਿਣ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੈ। ਮਾਤਾ ਗੁਜਰ ਕੌਰ ਜੀ ਸ਼ਹਾਦਤ ਦਾ ਜਾਮ ਪੀ ਗਏ ਨੇ। ਔਰ ਤੇ ਬਹੁਤ ਹੀ ਗੁਰੂ ਘਰ ਦੇ ਪ੍ਰੇਮੀ ਗੁਰਸਿੱਖ ਭਾਈ ਟੋਡਰ ਮੱਲ ਜੀ ਨੇ, ਜਿੱਥੇ ਕਲਗੀਧਰ ਪਿਤਾ ਦੇ ਲਖ ਤੇ ਜਿਗਰਾਂ ਦੇ ਪੂਜਨੀਕ ਮਾਤਾ ਜੀ ਦੇ ਸਰੀਰਾਂ ਦਾ ਸੰਸਕਾਰ ਕੀਤਾ ਗਿਆ, ਉਹ ਧਰਤੀ ਮੁੱਲ ਖਰੀਦੀ, ਮੋਹਰਾਂ ਖੜੀਆਂ ਕਰਕੇ ਉਸ ਧਰਤੀ ਨੂੰ ਮੁੱਲ ਖਰੀਦਿਆ। ਆਲ ਵਰਲਡ ਦੇ ਅੰਦਰ, ਸਮੁੱਚੇ ਸਾਰੇ ਸੰਸਾਰ ਦੇ ਅੰਦਰ ਇੰਨੀ ਮਹਿੰਗੀ ਜਗ੍ਹਾ ਨਹੀਂ ਹੈ ਜਿੰਨੀ ਮਹਿੰਗੀ ਜਗ੍ਹਾ ਫਤਿਹਗੜ੍ਹ ਸਾਹਿਬ ਦੀ ਹੈ। ਉਹ ਜੋਤੀ ਸਰੂਪ ਦੀ ਉਹ ਪਾਵਨ ਧਰਤੀ ਬਹੁਤ ਜ਼ਿਆਦਾ ਮਹਿੰਗੀ। ਉੱਥੇ ਕਲਗੀਧਰ ਪਿਤਾ ਜੀ ਦੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ। ਇੱਧਰੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮਾਛੀਵਾੜੇ ਹੁੰਦੇ ਹੋਏ, ਆਲਮਗੀਰ ਹੁੰਦੇ ਹੋਏ ਰਾਏਕੋਟ ਦੀ ਧਰਤੀ ਤੇ ਪਹੁੰਚੇ ਨੇ। ਇੱਥੇ ਗਰੀਬ ਨਵਾਜ਼ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਰਾਏਕੋਟ ਦੀ ਧਰਤੀ ਤੇ ਪਹੁੰਚੇ ਨੇ, ਰਾਏ ਕੱਲੇ ਦਾ ਇੱਕ ਨੌਕਰ ਨੂਰਾ ਮੱਝਾਂ ਚਾਰ ਰਿਹਾ ਹੈ ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਉਸ ਸਮੇਂ ਗੰਗਾ ਸਾਗਰ ਲੋਟਾ ਤੇ ਉਸ ਨੂਰੇ ਮਾਹੀ ਨੂੰ ਕਿਹਾ ਕਿ ਦੁੱਧ ਚੋ ਕੇ ਦੇ। ਉਹਨੇ ਹੱਥ ਜੋੜੇ, ਸਤਿਗੁਰੂ ਜੀ ਇਹ ਸਾਰੀਆਂ ਉਸਰਾਂ ਝੋਟੀਆਂ ਨੇ, ਦੁਧਾਰੂ ਪਸ਼ੂ ਕੋਈ ਨਹੀਂ ਹੈ। ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਬਚਨ ਕੀਤੇ ਤੇ ਅਵਸਰ ਝੋਟੀ ਤੇ ਥਾਪੜਾ ਦੇ ਕਰਕੇ ਤੂੰ ਇਸ ਨੂੰ ਦੁੱਧ ਚੋ। ਸਤਿਗੁਰਾਂ ਦਾ ਹੁਕਮ ਪਾ ਕੇ ਉਹਨੇ ਜਦੋਂ ਅਵਸਰ ਝੋਟੀ ਨੂੰ ਥਾਪੜਾ ਦਿੱਤਾ ਤੇ ਦੁੱਧ ਚੋਣ ਲੱਗਿਆ, ਉਹ ਬਰਤਨ ਦੇਖਿਆ ਗੰਗਾ ਸਾਗਰ ਲੋਟਾ, ਜਿਸ ਦੇ ਵਿੱਚ 100 ਤੋਂ ਉੱਪਰ ਸ਼ੇਖ ਸਨ। ਹੱਥ ਜੋੜ ਕਰਕੇ ਕਿਹਾ, ਗਰੀਬ ਨਵਾਜ਼ ਸਾਹਿਬ ਜੀਓ, ਇਹਦੇ ਵਿੱਚ ਦੁੱਧ ਟਿਕੇਗਾ ਨਹੀਂ, ਇਹ ਤਾਂ ਸਾਰਾ ਦੁੱਧ ਨਿਕਲ ਜਾਏਗਾ, ਬੜੇ ਸ਼ੇਖ ਨੇ। ਤੇ ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ, ਇਹਦੇ ਵਿੱਚੋਂ ਇੱਕ ਵੀ ਬੂੰਦ ਬਾਹਰ ਨਹੀਂ ਨਿਕਲਣੀ। ਨੂਰੇ ਮਾਹੀ ਨੇ ਦੁੱਧ ਚੋਇਆ, ਉਹ ਗੰਗਾ ਸਾਗਰ ਲੋਟੇ ਦੇ ਵਿੱਚ ਇੱਕ ਵੀ ਬੂੰਦ ਬਾਹਰ ਨਹੀਂ ਡਿੱਗੀ। ਐਸੇ ਕੌਤਕ ਨੂੰ ਜਦੋਂ ਵੇਖਿਆ ਤੇ ਨੂਰੇ ਮਾਹੀ ਨੇ ਜਾ ਕਰਕੇ ਆਪਣੇ ਮਾਲਕ ਨੂੰ, ਰਾਏ ਕੱਲੇ ਨੂੰ ਸਾਰਾ ਕੌਤਕ ਦੱਸਿਆ ਕਿ ਇਸ ਤਰ੍ਹਾਂ ਇੱਕ ਮਹਾਂਪੁਰਸ਼ ਇੱਥੇ ਆਏ ਨੇ। ਤੇ ਉਹ ਸਤਿਗੁਰੂ ਜੀ ਦਾ ਇਹ ਸੁਨੇਹਾ ਜਦੋਂ ਇਹ ਗੱਲ ਨੂਰੇ ਮਾਹੀ ਨੇ ਦੱਸੀ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਪਹਿਰਾਵਾ ਹੈ, ਇਸ ਤਰ੍ਹਾਂ ਦਾ ਉਹਨਾਂ ਦਾ ਸਰੂਪ ਹੈ, ਤੇ ਉਸ ਸਮੇਂ ਰਾਏ ਕੱਲਾ ਸਤਿਗੁਰੂ ਜੀ ਦੇ ਕੋਲ ਆਇਆ, ਹੱਥ ਜੋੜ ਕਰਕੇ ਬੇਨਤੀ ਕੀਤੀ, ਸਤਿਗੁਰੂ ਮੇਰੇ ਲਾਇਕ ਕੋਈ ਸੇਵਾ ਹੋਵੇ ਤੇ ਆਪ ਕਿਰਪਾ ਕਰਕੇ ਸੇਵਾ ਦੱਸੋ। ਉਸ ਸਮੇਂ ਗਰੀਬ ਨਵਾਜ਼ ਸਾਹਿਬ ਜੀ ਨੇ ਬਚਨ ਕੀਤੇ ਰਾਏ ਕੱਲੇ ਨੂੰ
कि सरहंद दे विचों माता जी दी ते छोटे साहिबजादियां दी खबर मंगाउणी है। नूरा माही बहुत तेजी दे नाल तुरदा सी। इस नूरे माही दी भैण सरहंद विखे विआही हुई सी। राय कल्ले ने नूरे माही नूं भेजिया। बहुत जल्दी नूरा माही सरहंद विखे आया, अपनी भैण दे कोल टिकिया, सारी खबर पुछी किवें कलगीधर पिता जी दे लख ते जिगरां दे उपर जुल्म कीते गए, किवें कंधां दे विच उन्हां नूं नपीड़िया गया, किवें वो शहादत जाम पी गए ने। ये सारी वारता नूरा माही सरहंद दे विचों लै के वापस रायकोट की धरती ते पहुँचदा है। उस समय शामां हो गईयां सन। नूरे माही दा गला रुक गया कि मैं धन गुरु गोबिंद सिंह महाराज जी नूं ये सारी दास्तान किवें सुणावां, किवें दसां। सूरज टल चुका है, शामां पईयां ने ते गरीब नवाज साहब जी कह लगे, नूरिया शाम हो गई है, तू सरहंद दे विचों की सुनेहा लैके आया, सुनेहा सुना। नूरे माही ने हाथ जोड़े ने, गरीब नवाज साहब जी शामां पै गईयां ने, मैं किस ढंग दे नाल तुहानूं ये दास्तान सुनावां। गला रुकिया होया है। कलगीधर पिता जी कह लगे, नूरिया घबरा ना, मैं ये शामां दे समय ते ऐसे सुनेहे सुनन दा आदि हो चुका हाँ। जिस दिन पिता जी दा सीस दिल्ली तो भाई जैता जी आनंदपुर साहिब लैके आए सन, उस समय भी शाम सी, शामां पै चुकियां सन। जिस दिन चमकौर गढ़ी दे अंदर लख ते जिगर बड़े साहिबजादे शहीद हो गए ने, उस समय भी शाम पै चुकी सी। आ तीसरी शाम है। नूरिया घबरा ना, सुना। नूरे माही ने सारी दास्तान साहिब गुरु कलगीधर पिता जी ने सुनाई है। धन गुरु गोबिंद सिंह महाराज जी ने वो दास्तान सुन के तीर दी नोक दे नाल काही दा बूटा पुट रहे सन ते काही दे बूटे नूं उधरों नूरे माही ने सारी खबर सुनाई। खबर की समाप्ति हुई तो इधरों गरीब नवाज साहब जी ने काही दे बूटे दियां जड़ां पुट दित्तियां तीर दी नोक दे नाल, और वचन कीते ने जुल्मे राज दियां जड़ां पुट्टियां गईयां ने। सत श्री अकाल। ते साहिबजादियां ने भी सरहंद दे विच सूबे नूं ये गल कही सी कि सच को मिटाओगे तो मिटोगे जहान से, डरता नहीं अकाल साहे शहन की शान से। जे सच नूं मिटाउण दे उपर लगे हो ते जहान तो खत्म हो जाओगे। कलगीधर पिता दे लख ते जिगरा ने ये गल कही कि असीं तैनूं खुदा दी जबान दे नाल कह रहे हां, ते सच नूं मिटाउण ते लगेगा ते तेरा नामो निशान मिट जाएगा। उधरों सरहंद की धरती तो ये सारी दास्तान नूरे माही ने कलगीधर पिता जी नूं सुनाई। जो एक अदीब ने इस वारता नूं कलमबंद कीता है कि सरहंद चों सुनेहा मिलिया कि लाल टुर गए, दोवें शहीद हो गए, 9 निहाल टुर गए। सूबे ने दोवां नूं कंध अंदर नपीड़ दिता, दोवें कंधां दे अंदर सूबे ने नपीड़ दिते ने। ये गल सुन के सारी वो मुस्करा के उठिया। धन गुरु कलगीधर पिता जी सारी दास्तान नूं जदों सुनदे ने ते मुस्करा के उठदे ने। उस बादशाह ने नूरे दे कोल आके पुछया, तू रूबरू सै, कोई गल ना लुकाई,
साफ साफ दसी कोई कहर ना कमाई, कोई हिंज ते ना केरी, कोई आह ते ना कड्डी, लाला ने किधरे उच्ची कोई साह ते ना कड्डी, तेसी दे नाल छट लगी सी करारी, मेरे फतेह ने उच्ची कोई चीक ते ना मारी। ਉਹਦਾ ਕਹਿਣ ਦਾ ਇਹ ਅੰਦਾਜ਼ ਵੱਖਰਾ ਸੀ, ਜੋ ਉਸਨੇ ਵਜਾਇਆ ਉਹ ਸਾਜ਼ ਵੱਖਰਾ ਸੀ। ਜੋ ਭਾਣੇ ਦਾ ਸਾਜ਼ ਕਲਗੀਧਰ ਪਿਤਾ ਜੀ ਨੇ ਵਜਾਇਆ ਨਾ, ਉਹ ਵੱਖਰਾ ਹੀ ਸੀਗਾ। ਅੱਜ ਧੰਨ ਗੁਰੂ ਕਲਗੀਧਰ ਪਿਤਾ ਜੀ ਦੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਪੂਜਨੀਕ ਮਾਤਾ ਗੁਜਰ ਕੌਰ ਜੀ ਦਾ ਅੱਜ ਸ਼ਹੀਦੀ ਦਿਹਾੜਾ। ਜਿੱਥੇ ਵੀ ਕਿਤੇ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਬੈਠੀਆਂ ਨੇ, ਭਾਵਨਾ ਦੇ ਨਾਲ, ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਮਨਾ ਰਹੀਆਂ ਨੇ। ਸਤਿਗੁਰੂ ਕਿਰਪਾ ਕਰਨ ਕਿ ਸਾਨੂੰ ਉਹ ਬਾਬਿਆਂ ਦੇ ਪਾਏ ਹੋਏ ਪੂਰਨੇ ਦੇ ਉੱਪਰ ਚੱਲਣ ਦੀ ਜੀਵਨ ਜਾਚ ਆ ਜਾਵੇ। ਅਸੀਂ ਆਪਣੀ ਜ਼ਮੀਰ ਨੂੰ ਕਿਸੇ ਦਾ ਗੁਲਾਮ ਨਾ ਬਣਾਈਏ। ਅਸੀਂ ਤਾਂ ਚੰਦ ਸਿਲੜਾਂ ਦੇ ਮਗਰ ਆਪਣੀ ਜ਼ਮੀਰ ਵੇਚ ਦਿੰਦੇ ਹਾਂ। ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਵੀ ਅਸੀਂ ਨਸ਼ਿਆਂ ਦੇ ਦਲਦਲ ਦੇ ਵਿੱਚ ਧਸ ਕਰਕੇ ਆਪਣੀ ਜ਼ਮੀਰ ਨੂੰ ਵੇਚ ਦਿੰਦੇ ਹਾਂ। ਚੰਦ ਛਿੱਲੜਾਂ ਦੇ ਮਗਰ ਲੱਗ ਕਰਕੇ ਆਪਣੀ ਜ਼ਮੀਰ ਨੂੰ ਵੇਚ ਦਿੰਦੇ ਆ। ਕਿਤੇ ਵਿਦੇਸ਼ਾਂ ਵਿੱਚ ਜਾਣਾ ਹੋਵੇ ਤੇ ਆਪਣੇ ਕੇਸ ਕਤਲ ਕਰਾ ਦਿੰਦੇ ਆ। ਔਰ ਕਲਗੀਧਰ ਪਿਤਾ ਜੀ ਦੇ ਇਹਨਾਂ ਲਖ ਤੇ ਜਿਗਰਾਂ ਦੇ ਸੁਨੇਹੇ ਨੂੰ ਆਪਣੇ ਪੱਲੇ ਬੰਨੀਏ। ਔਰ ਇਸ ਧਰਤੀ ਦੇ ਉੱਪਰ, ਪੰਜਾਬ ਦੀ ਧਰਤੀ ਦੇ ਉੱਪਰ ਕਦੇ ਚਰਖੜੀਆਂ ਆਈਆਂ ਨੇ, ਕਦੇ ਇਸ ਧਰਤੀ ਦੇ ਉੱਪਰ ਲੋਹਾਂ ਆਈਆਂ। ਔਰ ਖਾਲਸਾ ਜੀਓ ਗੁਰਸਿੱਖਾਂ ਨੇ ਉਹਨਾਂ ਨੂੰ ਹੱਸ ਕਰਕੇ ਅਪਣਾਇਆ। ਪਰ ਅੱਜ ਕਦੇ ਉਹਨਾਂ ਚਰਖੜੀਆਂ ਦੇ ਅੱਗੇ ਝੁਕਿਆ ਨਹੀਂ। ਅੱਜ ਇਹ ਪੰਜਾਬ ਦਾ ਨੌਜਵਾਨ ਅੱਜ ਸਰਿੰਜਾਂ ਦੇ ਵਿੱਚ ਝੁਕ ਚੁੱਕਿਆ ਹੈ। ਉਹਨਾਂ ਨੇ ਦੇਖਿਆ ਕਿ ਇਹਨਾਂ ਨੂੰ ਤਲਵਾਰਾਂ ਦੇ ਨਾਲ ਮਾਰਨ ਦੀ ਕੀ ਲੋੜ ਹੈ, ਇਹਨਾਂ ਦੇ ਉੱਪਰ ਜ਼ੁਲਮ ਕਰਨ ਦੀ ਕੀ ਲੋੜ ਹੈ। ਬਸ ਇਹਨਾਂ ਨੂੰ ਇੱਕ ਸਿਰਿੰਜ ਹੀ ਕਾਫੀ ਹੈ। ਸਿਰਿੰਜ ਦੇ ਨਾਲ ਆਪਣੇ ਆਪ ਮਰੀ ਜਾ ਰਹੇ ਨੇ। ਓਵਰਡੋਜ਼ ਹੋ ਗਈ ਤੇ ਖਤਮ ਹੋ ਜਾਂਦੇ ਆ। ਔਰ ਇਹਨੂੰ ਆਪਾਂ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਇਸ ਸਿਰਿੰਜ ਤੋਂ ਆਪਣੇ ਆਪ ਨੂੰ ਖਹਿੜਾ ਛੁਡਾਈਏ। ਕਲਗੀਧਰ ਪਿਤਾ ਦੇ ਲਖ ਤੇ ਜਿਗਰਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਚੱਲ ਕਰਕੇ ਆਪਣੇ ਜੀਵਨ ਨੂੰ ਰੁਸ਼ਨਾਈਏ। ਕਲਗੀਧਰ ਪਿਤਾ ਜੀ ਦੀ ਸਦਾ ਹੀ ਸਾਡੇ ਉੱਪਰ ਰਹਿਮਤ ਹੈ, ਬਖਸ਼ਿਸ਼ ਹੈ। ਅਸੀਂ ਕਈ ਵਾਰ ਹੀ ਕਹਿ ਦਿੰਦੇ ਸਤਿਗੁਰੂ ਜੀ ਮਿਹਰ ਕਰਨਗੇ ਤਾਂ ਅੰਮ੍ਰਿਤ ਛਕਾਂਗੇ, ਕੇਵਿਸ਼ ਤਾੜੀ ਤਾਂ ਰੱਖਾਂਗੇ ਜਦੋਂ ਗੁਰੂ ਸਾਹਿਬ ਮਿਹਰ ਕਰਨਗੇ। ਗੁਰੂ ਤਾਂ ਹਰ ਰੋਜ਼ ਮਿਹਰ ਕਰਦਾ ਹੈ, ਹਰ ਰੋਜ਼ ਰਹਿਮਤਾਂ ਕਰਦਾ ਹੈ। ਪਰ ਅਸੀਂ ਹਰ ਹਫ਼ਤੇ ਬਾਅਦ ਗੁਰੂ ਦੀ ਮਿਹਰ ਰੱਖਣੀ ਨਹੀਂ ਚਾਹੁੰਦੇ ਤੇ ਨਾਈ ਦੀਆਂ ਦੁਕਾਨਾਂ ਤੇ ਜਾ ਕਰਕੇ ਛੁਟਾਉਂਦੇ ਹਾਂ। ਇਸ ਮਿਹਰ ਨੂੰ ਸੰਭਾਲ ਕਰਕੇ ਰੱਖੀਏ, ਗੁਰੂ ਦੀ ਕਿਰਪਾ ਨੂੰ ਸੰਭਾਲੀਏ। ਤੇ ਸਤਿਗੁਰੂ ਕਿਰਪਾ ਕਰਨ, ਮਿਹਰ ਕਰਨ ਕਿ ਸਾਨੂੰ ਸਾਰਿਆਂ ਨੂੰ ਗੁਰਮੁਖ ਗਾੜੀ ਰਾਹ ਦੇ ਉੱਪਰ ਚੱਲਣ ਦੀ ਜੀਵਨ ਜਾਚ ਆ ਜਾਵੇ। ਆਓ ਹੁਣ ਪਿਆਰ ਸਤਿਕਾਰ ਦੇ ਨਾਲ ਜੋ ਚੱਲ ਰਹੀ ਲੜੀਵਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਇਤਿਹਾਸ ਦੀ ਕਥਾ ਹੈ, ਇਤਿਹਾਸ ਦੀ ਕਥਾ ਦੇ ਨਾਲ ਜੁੜੀਏ। ਮੰਡੀ ਦਾ ਰਾਜਾ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਉਂਦਾ ਹੈ। ਬੜੇ ਅਦਬ ਸਤਿਕਾਰ ਦੇ ਨਾਲ ਗਰੀਬ ਨਵਾਜ਼ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਤਮਸਤਕ ਹੋਇਆ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾਵਾਂ ਰੱਖੀਆਂ ਨੇ ਤੇ ਉਸ ਸਮੇਂ ਗਰੀਬ ਨਵਾਜ਼ ਸਤਿਗੁਰੂ ਦੀ ਬਾਣੀ ਪੜ੍ਹ ਰਹੇ ਸਨ ਕਿ ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ। ਜੋ ਵਾਹਿਗੁਰੂ ਨੇ ਲਿਖਿਆ ਉਹ ਲੇਖ ਮਿਟਦੇ ਨਹੀਂ। ਮਨ ਦੇ ਅੰਦਰ ਸ਼ੰਕਾ ਪੈਦਾ ਹੋਇਆ। ਰਾਜੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ, ਗਰੀਬ ਨਵਾਜ਼ ਸਾਹਿਬ ਜੀਓ ਕੀ ਇਹ ਲੇਖ ਮਿਟ ਸਕਦੇ ਨੇ ਜਾਂ ਨਹੀਂ? ਜੇ ਲੇਖ ਮਿਟਦੇ ਹੀ ਨਹੀਂ ਤੇ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦਾ ਕੀ ਫਾਇਦਾ? ਔਰ ਇਸ ਤਰ੍ਹਾਂ ਦਾ ਜਦੋਂ ਮਨ ਦੇ ਅੰਦਰ ਸ਼ੰਕਾ ਸੀ ਤੇ ਗਰੀਬ ਨਵਾਜ਼ ਸਾਹਿਬ ਜੀ ਦੇ ਚਰਨਾਂ ਵਿੱਚ ਰੱਖਿਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤੇ ਕਿ ਇਹ ਲੇਖ ਮਿਟ ਵੀ ਜਾਂਦੇ ਨੇ ਤੇ ਨਹੀਂ ਵੀ ਮਿਟਦੇ। ਰਾਜਾ ਬੜਾ ਹੈਰਾਨ ਹੋਇਆ ਕਿ ਲੇਖ ਮਿਟ ਵੀ ਜਾਂਦੇ ਨੇ ਤੇ ਮਿਟਦੇ ਵੀ ਨਹੀਂ, ਇਹ ਕੀ ਕਾਰਨ? ਤੇ ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ ਤੁਹਾਨੂੰ ਇਸ ਦਾ ਕੱਲ ਨੂੰ ਸਾਰਾ ਤੁਹਾਨੂੰ ਦੱਸ ਦੇਵਾਂਗੇ।
ਇਹਦਾ ਉੱਤਰ ਤੁਹਾਨੂੰ ਆਪਣੇ ਆਪ ਮਿਲ ਜਾਏਗਾ। ਇਹ ਪਾਵਨ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ। ਆਓ ਅੱਗੇ ਸਰਵਣ ਕਰਦੇ ਹਾਂ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਮੰਡੀ ਦੇ ਰਾਜੇ ਦੇ ਉੱਪਰ ਕੀ ਰਹਿਮਤਾਂ ਕਰਦੇ ਨੇ, ਇਹਦੇ ਸ਼ੰਕੇ ਨੂੰ ਕਿਵੇਂ ਸਤਿਗੁਰੂ ਜੀ ਨਿਵਰਤ ਕਰਦੇ ਨੇ, ਉਹ ਸਾਰਾ ਪਾਵਨ ਇਤਿਹਾਸ ਸਤਿਗੁਰਾਂ ਦੀ ਨਜ਼ਰੇ ਰਹਿਮਤ ਦੇ ਨਾਲ ਆਪਾਂ ਰਲ ਮਿਲ ਕਰਕੇ ਪੜ੍ਹਨਾ ਤੇ ਵਿਚਾਰਨਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ। ਆਪ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਵਿੱਚ ਵਰਤ ਕਰਕੇ ਸਤਿਗੁਰੂ ਜੀ ਅੱਜ ਦੇ ਇਤਿਹਾਸ ਦੀ ਵਿਚਾਰ ਕਰਵਾ ਲੈਣ। ਆਓ ਪਿਆਰ ਸਤਿਕਾਰ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਧਿਆਨ ਗੁਰੂ ਗਰੀਬ ਨਿਵਾਜ ਸਾਹਿਬ ਜੀ ਦੇ ਚਰਨਾਂ ਵਿੱਚ ਜੋੜਦੇ ਹੋਏ ਮਨ ਦੀ ਅਤੇ ਜੇਬਾਂ ਦੀ ਪਵਿੱਤਰਤਾ ਦੇ ਲਈ ਪਿਆਰ ਵਿੱਚ ਭਿੱਜ ਕਰਕੇ ਉਚਾਰਨ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਬਖਸ਼ੋ ਆਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਨੇ ਸਨੇ ਪਾਇਨ ਸਿਉ ਗਇਓ। ਹੌਲੀ ਹੌਲੀ, ਸਨੇ ਸਨੇ ਦਾ ਅਰਥ ਹੌਲੀ ਹੌਲੀ, ਹੌਲੀ ਹੌਲੀ ਤੁਰ ਕਰਕੇ ਸਤਿਗੁਰੂ ਜੀ ਗਏ ਹਨ। ਜਾਏ ਦਰਸ ਸ਼੍ਰੀ ਗੁਰ ਕੋ ਕਹਿਓ। ਹੌਲੀ ਹੌਲੀ ਤੁਰ ਕਰਕੇ ਰਾਜਾ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਗਿਆ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦੀਦਾਰ ਕੀਤੇ। ਪਦ ਅਰਬਿੰਦ ਬੰਦਨਾ ਧਾਰੀ। ਸਤਿਗੁਰੂ ਜੀ ਦੇ ਕਮਲ ਵਰਗੇ ਚਰਨਾਂ ਦੇ ਉੱਪਰ ਨਮਸਕਾਰ ਕੀਤੀ ਹੈ। ਬੈਠਿਓ ਨਮਰ ਸੋਏ ਅਗਾਰੀ। ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਬੈਠਾ, ਬੜੇ ਭਾਵਨਾ ਦੇ ਨਾਲ ਗਰੀਬ ਨਿਵਾਜ ਸਾਹਿਬ ਜੀ ਦੇ ਚਰਨਾਂ ਵਿੱਚ ਹੱਥ ਜੋੜੇ ਹਨ। ਸਾਦਰ ਸ਼੍ਰੀ ਅਰਜਨ ਕਹਿ ਕਰਕੇ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹਦਾ ਸਤਿਕਾਰ ਕੀਤਾ। ਬੂਝਿਓ ਹੇ ਨ੍ਰਿਪ ਚਿੰਤਾ ਧਰ ਕੇ। ਗਰੀਬ ਨਿਵਾਜ ਸਤਿਗੁਰੂ ਜੀ ਨੇ ਇਸ ਰਾਜੇ ਦੇ ਉੱਪਰ ਕਿਰਪਾ ਕੀਤੀ। ਇਸ ਰਾਜੇ ਨੂੰ ਪੁੱਛਿਆ ਕੀ ਹੈ, ਕਿਵੇਂ ਆਏ ਹੋ? ਵਾਰਤਾਲਾਪ ਹੋਈ, ਬਚਨ ਵਿਲਾਸ ਹੋਏ, ਕੁਸ਼ਲ ਪ੍ਰਸੰਨਤਾ ਗਰੀਬ ਨਿਵਾਜ ਸਾਹਿਬ ਜੀ ਨੇ ਪੁੱਛੀ। ਉਸ ਸਮੇਂ ਰਾਜੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਿਉਂ ਮਨ ਭੰਗ ਹੋਏ ਕਰ ਰਹੇ ਹੋ? ਇਹਦੇ ਮਨ ਦੇ ਅੰਦਰ ਇਹ ਸੰਕਲਪ ਚੱਲ ਰਿਹਾ ਸੀ ਕਿ ਇਹ ਲੇਖ ਮਿਟ ਸਕਦੇ ਨੇ ਕਿ ਨਹੀਂ ਮਿਟਦੇ। ਤੇ ਗਰੀਬ ਨਿਵਾਜ ਸਾਹਿਬ ਜੀ ਕਹਿਣ ਲੱਗੇ, ਭਾਈ ਤੇਰਾ ਮਨ ਕਿਉਂ ਇਸ ਤਰ੍ਹਾਂ ਦਾ ਇਹ ਭੰਗ ਹੋਇਆ, ਕਿਉਂ ਦੁਚਿੱਤੀ ਦੇ ਵਿੱਚ ਪਿਆ ਹੋਇਆ ਹੈ? ਕੋ ਕਾਰਨ ਐਸੋ ਕਿਤ ਲਿਓ। ਤੇ ਗਰੀਬ ਨਿਵਾਜ ਸਾਹਿਬ ਜੀ ਕਹਿਣ ਲੱਗੇ, ਕੀ ਕਾਰਨ ਹੈ ਤੂੰ ਇਸ ਤਰ੍ਹਾਂ ਉਦਾਸ ਬੈਠਾ ਹੈ? ਸੁਨ ਨ੍ਰਿਪ ਸ਼ਰਦਾ ਕਰ ਅਧਿਕਾਈ। ਔਰ ਉਸ ਸਮੇਂ ਰਾਜੇ ਨੇ ਜਦੋਂ ਸਤਿਗੁਰੂ ਜੀ ਦੇ ਬਚਨ ਸੁਣੇ, ਸੁਣ ਕਰਕੇ ਮਨ ਦੇ ਅੰਦਰ ਬਹੁਤ ਜ਼ਿਆਦਾ ਸ਼ਰਧਾ ਭਾਵਨਾ ਰੱਖੀ। ਬੂਝਿਓ ਗੁਰ ਜੋ ਮੋਹ ਮਨ ਪਾਈ। ਔਰ ਉਸ ਸਮੇਂ ਬੂਝਿਓ ਗੁਰ ਜੋ ਮੋਹ ਮਨ ਪਾਈ। ਕਹਿਣ ਲੱਗੇ ਜੋ ਮੇਰੇ ਮਨ ਵਿੱਚ ਆਇਆ ਸੀ ਮੈਂ ਉਹ ਸਤਿਗੁਰੂ ਜੀ ਦੇ ਕੋਲੋਂ ਪੁੱਛਿਆ ਸੀ। ਹੱਥ ਜੋੜ ਬਿਰਤਾਂਤ ਬਖਾਨਾ। ਹੱਥ ਜੋੜ ਕਰਕੇ ਰਾਜੇ ਨੇ ਸਾਰਾ ਬਿਰਤਾਂਤ ਇਹਨੂੰ ਜੋ ਸੁਪਨੇ ਦੇ ਵਿੱਚ ਦਿਖਾਈ ਦਿੱਤਾ ਹੈ ਉਹ ਸਾਰਾ ਬਿਰਤਾਂਤ ਗਰੀਬ ਨਿਵਾਜ ਸਾਹਿਬ ਜੀ ਦੇ ਅੱਗੇ ਰੱਖਿਆ। ਤੁਮ ਸਮਰੱਥ ਸਰਬੱਗ ਮਹਾਨਾ। ਰਾਜੇ ਨੇ ਸਾਰਾ ਬਿਰਤਾਂਤ ਦੱਸਿਆ ਕਿ ਗਰੀਬ ਨਿਵਾਜ ਸਾਹਿਬ ਜੀ ਸੁਪਨੇ ਦੇ ਵਿੱਚ ਮੈਂ ਇਸ ਤਰ੍ਹਾਂ ਦਾ ਇਹ ਜਨਮ ਧਾਰਨ ਕੀਤਾ। ਚੰਡਾਲਾਂ ਦੇ ਘਰ ਦੇ ਵਿੱਚ ਬਹੁਤ ਸਾਰੇ ਬੱਚੇ ਸਨ। ਔਰ ਉਸ ਸਮੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਜਦੋਂ ਇਹ ਸਾਰਾ ਪ੍ਰਸੰਗ ਰੱਖਿਆ ਤੇ ਬੇਨਤੀ ਕੀਤੀ, ਸਤਿਗੁਰੂ ਤੁਸੀਂ ਸਰਵੱਗ ਹੋ। ਗੁਪਤ ਬਿਦਤ ਬਿਰਤੰਤ ਪਛਾਨੋ। ਤੁਸੀਂ ਜਿਹੜੇ ਗੁਪਤ ਭੇਦ ਆ ਉਹਨਾਂ ਨੂੰ ਵੀ, ਜੋ ਪ੍ਰਗਟ ਭੇਦ ਨੇ ਉਹਨਾਂ ਸਾਰਿਆਂ ਨੂੰ ਜਾਣਦੇ ਹੋ। ਤੀਨ ਕਾਲ ਮੈਂ ਹੋਏ
ਸੋ ਜਾਨੋ। ਸਤਿਗੁਰੂ ਜੀ ਤੁਸੀਂ ਤਿੰਨਾਂ ਲੋਕਾਂ ਦੇ ਗਿਆਤਾ ਹੋ। ਭਇਓ ਮੋਏ ਮਨ ਅਧਿਕ ਸੰਦੇਹੋ। ਮੇਰੇ ਮਨ ਦੇ ਅੰਦਰ ਬਹੁਤ ਜ਼ਿਆਦਾ ਸੰਦੇਹ, ਮਨ ਦੇ ਅੰਦਰ ਬੜੇ ਸ਼ੰਕੇ ਸਨ, ਬੜੇ ਹੀ ਮਨ ਦੇ ਅੰਦਰ ਉਤਰਾਅ ਚੜ੍ਹਾਅ ਸਨ। ਤੁਮ ਬਿਨ ਅਪਰ ਮਿਟਾਏ ਨਾ ਕੇਹੋ। ਸਤਿਗੁਰੂ ਤੁਹਾਡੇ ਤੋਂ ਬਿਨਾ ਇਹ ਸ਼ੰਕੇ ਕੌਣ ਨਿਵਰਤ ਕਰ ਸਕਦਾ ਹੈ? ਤੁਹਾਡੇ ਤੋਂ ਬਿਨਾ ਹੋਰ ਕੋਈ ਸ਼ੰਕੇ ਨਹੀਂ ਨਿਵਰਤ ਕਰ ਸਕਦਾ। ਇੱਕ ਗੁਰੂ ਆ ਜੋ ਮਨ ਦੇ ਅੰਦਰ ਜੋ ਸੰਕਲਪ ਨੇ ਉਹਨਾਂ ਸਾਰਿਆਂ ਨੂੰ ਗੁਰੂ ਮਿਟਾ ਦਿੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉੱਪਰ ਜੋਗੀਆਂ ਨੇ ਅਣਗਿਣਤ ਸਵਾਲ ਕੀਤੇ ਸਨ, ਮਨ ਦੇ ਅੰਦਰ ਬੜੇ ਉਹਨਾਂ ਦੇ ਸ਼ੰਕੇ ਸਨ, ਤੇ ਗਰੀਬ ਨਵਾਜ ਸਾਹਿਬ ਜੀ ਨੇ ਜੋਗੀਆਂ ਦੇ ਤਮਾਮ ਸ਼ੰਕਿਆਂ ਦੇ ਜਵਾਬ ਦੇ ਦਿੱਤੇ ਨੇ। ਉਹਨਾਂ ਦੇ ਮਨ ਦੇ ਅੰਦਰੋਂ ਸ਼ੰਕੇ ਨਿਵਰਤ ਕਰ ਦਿੱਤੇ। ਇੱਕ ਸਮਰੱਥ ਗੁਰੂ ਹੈ ਜੋ ਮਨ ਦੇ ਅੰਦਰ ਕਿਸੇ ਦੇ ਸੰਕਲਪ ਹੈ, ਮਨ ਦੇ ਅੰਦਰ ਕੋਈ ਸ਼ੰਕੇ ਆ ਕੇ ਟਿਕਦੇ ਨੇ, ਗੁਰੂ ਸ਼ੰਕੇ ਰਹਿਣ ਨਹੀਂ ਦਿੰਦਾ। ਜਿੱਥੇ ਸ਼ੰਕਾ ਆ ਕੇ ਟਿਕ ਜਾਏ ਉੱਥੇ ਸਿੱਖੀ ਨਹੀਂ ਟਿਕਦੀ। ਸਿੱਖੀ ਦੇ ਵਿੱਚ ਸ਼ੰਕੇ ਨਹੀਂ ਹਨ। ਜੋ ਗੁਰੂ ਕਰਦਾ ਉਸ ਨੂੰ ਭਲਾ ਕਰਕੇ ਮੰਨਦਾ ਹੈ ਕਿ ਮੇਰਾ ਗੁਰੂ ਸਮਰੱਥ ਹੈ, ਕਰਨ ਕਾਰਨ ਸਮਰੱਥ ਹੈ। ਗੁਰੂ ਤੇ ਸ਼ੰਕੇ ਨਹੀਂ ਕਰਦਾ, ਗੁਰੂ ਤੇ ਕਿੰਤੂ ਪ੍ਰੰਤੂ ਨਹੀਂ ਕਰਦਾ, ਕ੍ਰਿਟੀਸਾਈਜ਼ ਨਹੀਂ ਕਰਦਾ। ਜਿੱਥੇ ਕ੍ਰਿਟੀਸਾਈਜ਼ ਆ ਗਿਆ, ਜਿੱਥੇ ਕਿੰਤੂ ਪ੍ਰੰਤੂ ਆ ਗਿਆ, ਉਥੇ ਸਿੱਖੀ ਆ ਕਰਕੇ ਨਹੀਂ ਟਿਕਦੀ। ਤੇ ਗੁਰੂ ਆਪਣੇ ਸਿੱਖਾਂ ਦੇ ਅੰਦਰ ਸ਼ੰਕੇ ਨਹੀਂ ਰਹਿਣ ਦਿੰਦਾ, ਸ਼ੰਕੇ ਨਿਵਰਤ ਕਰ ਦਿੰਦਾ ਹੈ। ਭਇਓ ਜਾਮਨੀ ਮੈਂ ਇਮ ਸੁਪਨਾ। ਰਾਜਾ ਗਰੀਬ ਨਵਾਜ ਸਾਹਿਬ ਜੀ ਨੂੰ ਹੱਥ ਜੋੜ ਕਰਕੇ ਕਹਿਣ ਲੱਗਿਆ, ਗਰੀਬ ਨਵਾਜ ਸਤਿਗੁਰੂ ਜੀ, ਰਾਤ ਦੇ ਸਮੇਂ ਤੇ ਮੈਨੂੰ ਇਸ ਤਰ੍ਹਾਂ ਸੁਪਨਾ ਆਇਆ। ਤਜਿਓ ਸਰੀਰ ਮਿਰਤਕ ਹੋਏ ਆਪਣਾ। ਗਰੀਬ ਨਵਾਜ ਸਾਹਿਬ ਜੀ, ਉਹ ਮੈਨੂੰ ਇਹ ਸੁਪਨਾ ਆਇਆ ਕਿ ਮੈਂ ਆਪ ਪੰਜ ਭੂਤਕ ਸਰੀਰ ਨੂੰ ਤਿਆਗ ਦਿੱਤਾ ਹੈ। ਸਭ ਰਣਵਾਸ ਰਾਜ ਕੇ ਲੋਕ। ਔਰ ਜਿੰਨੇ ਵੀ ਰਾਜ ਦੇ ਲੋਕ ਸਨ, ਰੁਦਤ ਪੀਟ ਤੇ ਧਰ ਉਰ ਸ਼ੋਕ। ਇਹ ਸਾਰੇ ਰੋਂਦੇ ਕਰਲਾਉਂਦੇ ਸਨ, ਬੜਾ ਸ਼ੋਕ ਮਨਾ ਰਹੇ ਸਨ। ਮੈਂ ਤਬ ਜਨਮਿਓ ਘਰ ਚੰਡਾਲ। ਤਾਂ ਉਸ ਸਮੇਂ ਮੈਂ ਚੰਡਾਲਾਂ ਦੇ ਘਰ ਦੇ ਵਿੱਚ ਜਾ ਕੇ ਜਨਮ ਲੈ ਲਿਆ। ਤੈ ਹੋਇਓ ਪਰਿਵਾਰ ਵਿਸਾਲ। ਉੱਥੇ ਬਹੁਤ ਵੱਡਾ ਪਰਿਵਾਰ ਮੇਰਾ ਬਣਿਆ ਹੈ। ਭੋਗ ਆਰ ਬਲ ਤਨ ਕੀ ਤਹਾਂ। ਮੈਂ ਉੱਥੇ ਚੰਡਾਲਾਂ ਦੇ ਘਰ ਦੇ ਵਿੱਚ ਵੀ ਆਪਣੀ ਸਾਰੀ ਆਰਬਲਾ ਭੋਗ ਲਈ, ਉਮਰ ਭੋਗ ਲਈ। ਭਇਓ ਮਿਰਤਕ ਮੈਂ ਸੰਕਟ ਮਹਾ। ਉਹ ਤੇ ਜਦੋਂ ਉਮਰ ਭੋਗ ਲਈ ਤੇ ਉਮਰ ਭੋਗਣ ਤੋਂ ਬਾਅਦ ਪੰਜ ਭੂਤਕ ਸਰੀਰ ਨੂੰ ਤਿਆਗ ਦਿੱਤਾ ਤੇ ਪਰਿਵਾਰ ਵਿੱਚ ਬੜਾ ਸੰਕਟ ਹੋਇਆ, ਪਰਿਵਾਰ ਬੜਾ ਦੁਖੀ ਹੋਇਆ। ਔਰ ਹੋਤ ਜਬ ਗਏ ਅਖੀਰ। ਜਦੋਂ ਗਰੀਬ ਨਵਾਜ ਸਤਿਗੁਰੂ ਜੀ ਰਾਤ ਦੇ ਸਮੇਂ ਤੇ ਸਾਰਾ ਸੁਪਨਾ ਆਇਆ, ਅੱਜ ਜਦੋਂ ਸਵੇਰ ਹੁੰਦਿਆਂ ਹੀ ਸ਼ਿਕਾਰ ਖੇਡਣ ਲਈ ਗਏ ਹਾਂ, ਤੈ ਚੰਡਾਲਨ ਲੀਨ ਸੁਕੇਰ। ਤਾਂ ਮੈਨੂੰ ਉੱਥੇ ਰਸਤੇ ਦੇ ਵਿੱਚ ਉਹਨਾਂ ਚੰਡਾਲਾਂ ਨੇ ਘੇਰ ਲਿਆ। ਜੋ ਸੁਪਨੇ ਮੈਂ ਭਾ ਪਰਵਾਰੇ। ਜੋ ਕੁਝ ਮੈਂ ਸੁਪਨੇ ਵਿੱਚ ਵੇਖਿਆ ਸੀ, ਉਹ ਸਾਰਾ ਪਰਿਵਾਰ, ਸਾਰੇ ਜੀ ਜਿਹੜੇ ਮੈਂ ਸੁਪਨੇ ਵਿੱਚ ਤੱਕੇ ਸਨ, ਤੈਸੇ ਰੂਪ ਸਮੂਹ ਨਿਹਾਰੇ। ਉਹ ਸਾਰੇ ਪਰਿਵਾਰਕ ਮੈਂਬਰ, ਸਾਰੇ ਰੂਪ ਮੈਂ ਉਹ ਸਾਹਮਣੇ ਪ੍ਰਤੱਖ ਤੌਰ ਵਿੱਚ ਵੀ ਵੇਖ ਲਏ। ਦਾਰਾ ਸੁਤ ਪੁੱਤਰੀ ਜੇ ਪਈ। ਜਿਹੜੇ ਮੇਰੇ ਸੁਪਨੇ ਦੇ ਵਿੱਚ ਪੁੱਤਰ ਸੀ, ਧੀ ਸੀ, ਘਰ ਵਾਲੀ ਸੀ, ਉਹ ਮੈਂ ਪ੍ਰਤੱਖ ਤੌਰ ਦੇ ਵਿੱਚ ਵੀ ਦੇਖ ਲਏ ਨੇ। ਜਦੋਂ ਸ਼ਿਕਾਰ ਖੇਡਣ ਲਈ ਗਿਆ, ਚੰਡਾਲਾ ਨੇ ਘੇਰਿਆ, ਉੱਥੇ ਮੈਂ ਆਪਣੇ ਪੁੱਤਰ ਨੂੰ ਵੀ ਵੇਖਿਆ, ਧੀ ਨੂੰ ਵੀ ਵੇਖਿਆ, ਆਪਣੀ ਪਤਨੀ ਨੂੰ ਵੀ ਵੇਖਿਆ, ਪਰਿਵਾਰਕ ਹੋਰ ਮੈਂਬਰਾਂ ਨੂੰ ਵੀ ਵੇਖਿਆ। ਕਰ ਚਿਨਾਰ ਮੈਂ ਦੇਖ ਸੁਲਈ। ਉਹਨਾਂ ਨੇ ਮੈਨੂੰ
ਚੰਗੀ ਤਰ੍ਹਾਂ ਵੀ ਵੇਖ ਲਿਆ, ਮੈਂ ਵੀ ਉਹਦੀ ਚੰਗੀ ਤਰ੍ਹਾਂ ਪਰਖ ਕਰ ਲਈ। ਤਿਨੋ ਪਛਾਨ ਮੋਏ ਕੋ ਲੀਨਾ, ਤੇ ਉਧਰੋਂ ਉਸ ਪਰਿਵਾਰ ਨੇ ਵੀ ਮੈਨੂੰ ਚੰਗੀ ਤਰ੍ਹਾਂ ਪਛਾਣ ਲਿਆ। ਦੇਖਿਓ ਤੁਮ ਝਗੜਾ ਜੋ ਕੀਨਾ, ਤੇ ਗਰੀਬ ਨਿਵਾਸ ਸਤਿਗੁਰੂ ਜੀ ਫਿਰ ਉਹਨਾਂ ਨੇ ਆ ਕਰਕੇ ਮੇਰੇ ਨਾਲ ਬੜਾ ਝਗੜਾ ਕੀਤਾ। ਮੈਂ ਉਹਨਾਂ ਨੂੰ ਕਹਿੰਦਾ ਰਿਹਾ ਕਿ ਮੈਂ ਤੁਹਾਡਾ ਨਹੀਂ ਹਾਂ, ਮੈਂ ਫਲਾਣੇ ਥਾਂ ਦਾ ਰਾਜਾ ਹਾਂ। ਬਹੁਤ ਝਗੜਾ ਕੀਤਾ। ਤੇ ਗਰੀਬ ਨਿਵਾਸ ਸਤਿਗੁਰੂ ਜੀ ਉਹ ਸਾਰਾ ਤੁਸੀਂ ਆ ਕੇ ਝਗੜਾ ਵੇਖ ਵੀ ਲਿਆ ਹੈ। ਇਹ ਸਗਰੋ ਬਿਰਤੰਤ ਜੋ ਹੋਆ, ਇਹ ਸਾਰਾ ਜੋ ਬਿਰਤਾਂਤ ਹੋਇਆ ਹੈ, ਅਹੇ ਸਾਚ ਕਹਿ ਝੂਠੋ ਜੋਵਾ, ਇਹ ਸਤਿਗੁਰੂ ਜੀ ਸੱਚ ਹੈ ਕਿ ਝੂਠ ਹੈ। ਮੈਂ ਸੁਪਨੇ ਵਿੱਚ ਵੀ ਉਹ ਸਾਰਾ ਪਰਿਵਾਰ ਵੇਖਿਆ ਤੇ ਪ੍ਰਤੱਖ ਵੀ ਸਾਰਾ ਪਰਿਵਾਰ ਵੇਖ ਲਿਆ ਹੈ। ਹੁਣ ਕੀ ਮੈਂ ਇਹਨੂੰ ਸੱਚ ਮੰਨਾਂ ਕਿ ਝੂਠ ਮੰਨਾਂ? ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਹ ਰਾਜਾ ਮੰਡੀ ਦਾ ਇਸ ਤਰ੍ਹਾਂ ਬੇਨਤੀ ਕਰ ਰਿਹਾ ਹੈ। ਮਮ ਮਨ ਨਿਸ਼ਚੇ ਆਏ ਨ ਕੋਈ, ਸਤਿਗੁਰੂ ਮੇਰੇ ਮਨ ਦੇ ਅੰਦਰ ਕੋਈ ਨਿਸ਼ਚਾ ਨਹੀਂ ਆ ਰਿਹਾ, ਮੈਨੂੰ ਕੋਈ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਇਹ ਕੀ ਹੋ ਰਿਹਾ ਹੈ। ਮੈਂ ਰਾਤ ਵਾਲੇ ਸੁਪਨੇ ਨੂੰ ਸੱਚ ਵੇਖਾਂ ਜਾਂ ਜਿਹੜਾ ਸਾਹਮਣੇ ਅੱਖਾਂ ਖੁੱਲੀਆਂ ਵਾਲਾ ਸੁਪਨਾ ਉਹਨੂੰ ਸੱਚ ਵੇਖਾਂ। ਇੱਕ ਬੰਦ ਅੱਖਾਂ ਦਾ ਸੁਪਨਾ ਹੈ, ਅੱਖ ਖੁੱਲੀ ਤੇ ਸੁਪਨਾ ਅਲੋਪ ਹੋ ਗਿਆ। ਇੱਕ ਖੁੱਲੀਆਂ ਅੱਖਾਂ ਦਾ ਸੁਪਨਾ ਹੈ। ਸਤਿਗੁਰੂ ਜੀ ਮੈਂ ਕਿਹੜੇ ਸੁਪਨੇ ਨੂੰ ਵੇਖਾਂ? ਮੈਂ ਬੰਦ ਅੱਖਾਂ ਦੇ ਵਿੱਚ ਵੀ ਉਹੀ ਕੁਝ ਦੇਖਿਆ ਤੇ ਖੁੱਲੀਆਂ ਅੱਖਾਂ ਦੇ ਵਿੱਚ ਵੀ ਉਹੀ ਕੁਝ ਵੇਖ ਰਿਹਾ ਹਾਂ। ਕੀ ਇਹ ਸੱਚ ਹੈ ਜਾਂ ਝੂਠ ਹੈ? ਤੇ ਗਰੀਬ ਨਿਵਾਸ ਸਤਿਗੁਰੂ ਜੀ ਮੇਰੇ ਮਨ ਦੇ ਅੰਦਰ ਕੋਈ ਨਿਸ਼ਚਾ ਨਹੀਂ ਆ ਰਿਹਾ। ਔਰ ਇਸ ਤਰ੍ਹਾਂ ਗਰੀਬ ਨਿਵਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਿਆ ਹੈ। ਜਾਂ ਤੇ ਚਿੰਤਾ ਚਿਤ ਵੱਡ ਹੋਈ, ਇਸ ਲਈ ਸਤਿਗੁਰੂ ਜੀ ਮੇਰੇ ਮਨ ਦੇ ਅੰਦਰ ਬੜੀ ਚਿੰਤਾ ਟਿਕੀ ਹੋਈ ਹੈ। ਕਿਰਪਾ ਕਰੋ ਇਹੋ ਸਰਬ ਬਤਾਵੋ, ਆਪ ਗਰੀਬ ਨਿਵਾਸ ਸਾਹਿਬ ਜੀਓ ਮਿਹਰ ਕਰੋ, ਕਿਰਪਾ ਕਰੋ। ਇਹ ਸਾਰਾ ਬਿਰਤਾਂਤ ਕੀ ਹੈ? ਇਹ ਸੱਚ ਹੈ ਕਿ ਝੂਠ ਹੈ? ਆਪ ਕਿਰਪਾ ਕਰਕੇ ਦੱਸ ਦੇਵੋ। ਕਿਆ ਅਚਰਜ ਹੋਇਓ ਸਮਝਾਵੋ, ਗਰੀਬ ਨਿਵਾਸ ਸਤਿਗੁਰੂ ਜੀ ਕੀ ਅਚਰਜ ਖੇਡ ਹੈ? ਆਪ ਰਹਿਮਤ ਕਰਕੇ ਕਿਰਪਾ ਕਰਕੇ ਮੈਨੂੰ ਸਮਝਾ ਦੇਵੋ। ਇਮ ਨਿਰਪਤੇ ਸੁਨ ਕੈ ਸਭ ਗਾਥ, ਇਸ ਤਰ੍ਹਾਂ ਰਾਜੇ ਦੇ ਕੋਲੋਂ ਜਦੋਂ ਇਹ ਸਾਰਾ ਪ੍ਰਸੰਗ ਸਤਿਗੁਰਾਂ ਨੇ ਸੁਣਿਆ, ਸੁਣ ਕਰਕੇ ਕਹਿਤ ਪਏ ਸ਼੍ਰੀ ਅਰਜਨ ਨਾਥ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਰਾਜੇ ਦੇ ਨਾਲ ਬਚਨ ਕਰਦੇ ਹਨ। ਲਿਖਿਆ ਪ੍ਰਭ ਕੋ ਨੈ ਖੋਵਤ, ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਲਿਖਿਆ ਹੈ ਉਹਨੂੰ ਕੋਈ ਵੀ ਮਿਟਾ ਨਹੀਂ ਸਕਦਾ। ਤਉ ਸਹਾਇਕ ਸਤਿਗੁਰ ਹੋਵਤ, ਪਰ ਉੱਥੇ ਕੇਵਲ ਸੱਚਾ ਸਤਿਗੁਰੂ ਹੀ ਮਦਦਗਾਰ ਹੁੰਦਾ ਹੈ, ਸੱਚਾ ਸਤਿਗੁਰੂ ਹੀ ਸਹਾਇਕ ਹੁੰਦਾ ਹੈ। ਏ ਗਤ ਬੀਤੀ ਹੈ ਤੋ ਸੰਗ, ਸਤਿਗੁਰੂ ਜੀ ਕਹਿਣ ਲੱਗੇ ਇਹ ਤੇਰੇ ਨਾਲ ਸਾਰਾ ਪ੍ਰਸੰਗ ਹੋਇਆ, ਇਹ ਤੇਰੇ ਨਾਲ ਬੀਤਿਆ ਹੈ। ਕਰੋ ਨਹੀਂ ਆਪਣੋ ਮਨ ਭੰਗ, ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੀ ਰਾਜਾ ਜੀ ਤੁਸੀਂ ਆਪਣੇ ਮਨ ਨੂੰ ਭੰਗ ਨਾ ਕਰੋ, ਐਵੇਂ ਦੁਚਿੱਤੀ ਵਿੱਚ ਨਾ ਪਵੋ। ਸਤਿਗੁਰ ਭਏ ਸਹਾਇਕ ਤੇਰੀ, ਤੇਰੀ ਮਦਦ ਸਤਿਗੁਰੂ ਨੇ ਕੀਤੀ ਹੈ, ਤੇਰੀ ਸਹਾਇਤਾ ਗੁਰੂ ਨੇ ਕੀਤੀ ਹੈ। ਹਿਰਦੈ ਵਿਚਾਰਤ ਬਾਤ ਜੋ ਹੇਰੀ, ਤੂੰ ਜੋ ਹਿਰਦੇ ਦੇ ਵਿੱਚ ਵਿਚਾਰ ਰਿਹਾ ਸੀ ਇਸ ਗੱਲ ਨੂੰ, ਜਨਮ ਪਾਵਨੋ ਘਰ ਚੰਡਾਲ, ਕਿ ਮੈਂ ਆ ਚੰਡਾਲਾਂ ਦੇ ਘਰ ਦੇ ਵਿੱਚ ਜਨਮ ਪਾਇਆ ਹੈ। ਤੋਏ ਭਾਗ ਮੈਂ ਲਿਖਿਓ ਅਟਾਲ, ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ ਰਾਜਾ ਜੀ ਇਹ ਤੇਰੇ ਭਾਗਾਂ ਦੇ ਵਿੱਚ ਅਟਲ ਲਿਖਿਆ ਹੋਇਆ ਸੀ।
ਤੂੰ ਆ ਰਾਜ ਸਿੰਘਾਸਨ ਪ੍ਰਾਪਤ ਕਰਕੇ ਇਹ ਅਰਬਲਾ ਭੋਗ ਕਰਕੇ ਚੰਡਾਲਾਂ ਦੇ ਘਰ ਦੇ ਵਿੱਚ ਜਨਮ ਲੈਣਾ ਸੀ। ਸਦਨ ਤਿਆਗ ਕੇ ਤੂੰ ਚੱਲ ਆਇਓ। ਤੂੰ ਹੁਣ ਆਪਣਾ ਘਰ ਤਿਆਗ ਕਰਕੇ ਸਾਡੇ ਕੋਲ ਆਇਆ ਹੈ। ਸਤਿਗੁਰ ਆਗੇ ਸੀਸ ਨਿਵਾਇਓ। ਤੂੰ ਸੱਚੇ ਸਤਿਗੁਰੂ ਦੇ ਅੱਗੇ ਆ ਕਰਕੇ ਸੀਸ ਝੁਕਾ ਦਿੱਤਾ ਹੈ, ਸੀਸ ਨਿਵਾ ਦਿੱਤਾ ਹੈ। ਧਰੇ ਪਦਾਰਥ ਆਨ ਉਪਾਇਨ। ਤੂੰ ਸਤਿਗੁਰੂ ਦੇ ਅੱਗੇ ਸੀਸ ਝੁਕਾਇਆ ਨਾ, ਗੁਰੂ ਨੇ ਰਹਿਮਤ ਕਰ ਦਿੱਤੀ ਹੈ, ਕਿਰਪਾ ਕਰ ਦਿੱਤੀ। ਤੇਰਾ ਜਿਹੜਾ ਜਨਮ ਅਗਲਾ ਹੋਣਾ ਸੀ ਉਹ ਜਨਮ ਤੇਰਾ ਸੁਪਨੇ ਵਿੱਚ ਹੀ ਮਿਟਾ ਦਿੱਤਾ ਹੈ, ਸੁਪਨੇ ਵਿੱਚ ਹੀ ਉਹ ਜਨਮ ਕੱਟ ਦਿੱਤਾ ਹੈ। ਗਰੀਬ ਨਿਵਾਜ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿ ਗੁਰੂ ਇੰਨਾ ਸਮਰੱਥ ਹੈ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਗੁਰੂ ਕੇ ਦਰ ਤੇ ਕੀ ਲੈਣ ਲਈ ਜਾਣਾ ਹੈ, ਉੱਥੇ ਕੀ ਮਿਲੇਗਾ, ਗੁਰਦੁਆਰੇ ਕੀ ਲੈਣ ਲਈ ਜਾਣਾ ਭਾਈ। ਬਹੁਤਾਤ ਦੇ ਅੰਦਰ ਸਾਡਾ ਇਹ ਸਵਾਲ ਹੁੰਦਾ ਹੈ, ਸਤ ਸੰਗਤ ਵਿੱਚ ਕੀ ਲੈਣ ਲਈ ਜਾਣਾ ਹੈ, ਗੁਰਦੁਆਰੇ ਕੀ ਲੈਣ ਲਈ ਜਾਣਾ ਹੈ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਜੇ ਗੁਰੂ ਦੇ ਦਰ ਤੇ ਆਏਗਾ, ਸੀਸ ਝੁਕਾਏਗਾ, ਤੇਰੇ ਪੁੱਠੇ ਲੇਖ ਸਿੱਧੇ ਹੋ ਜਾਣਗੇ, ਗੁਰੂ ਕਿਰਪਾ ਕਰੇਗਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਉਣਾ, ਇੱਥੇ ਸੋਝੀ ਲੈਣ ਲਈ, ਇੱਥੇ ਗਿਆਨ ਲੈਣ ਲਈ। ਗੁਰੂ ਦੁਆਰੇ ਹੋਏ ਸੋਝੀ ਪਾਈ ਸੀ। ਇਸ ਦਰ ਤੋਂ ਸੋਝੀ ਮਿਲਦੀ ਹੈ, ਇਸ ਦਰ ਤੋਂ ਗਿਆਨ ਪ੍ਰਾਪਤ ਹੁੰਦਾ ਹੈ। ਇੱਥੇ ਗਿਆਨ ਲੈਣ ਲਈ ਆਉਣਾ ਹੈ। ਜੇ ਗੁਰੂ ਦੇ ਦਰ ਤੇ ਭਾਵਨਾ ਨਾਲ, ਸਤਿਕਾਰ ਨਾਲ, ਸ਼ਰਧਾ ਨਾਲ ਸੀਸ ਝੁਕਾਏਗਾ, ਨਮਸਕਾਰ ਕਰੇਗਾ, ਪਦਾਰਥ ਜੋ ਲੈ ਕੇ ਆਏ ਨਾ ਉਹ ਗੁਰੂ ਦੇ ਦਰ ਤੇ ਭਾਵਨਾ ਨਾਲ ਰੱਖ, ਭੇਟਾ ਗੁਰੂ ਚਰਨਾਂ ਵਿੱਚ ਭਾਵਨਾ ਨਾਲ ਰੱਖ। ਭਾਵਨਾ ਨਾਲ ਰੱਖੇਗਾ ਤੇ ਗੁਰੂ ਰਹਿਮਤ ਕਰੇਗਾ। ਗੁਰੂ ਪਿਆਰ ਦਾ ਭੁੱਖਾ ਹੈ, ਪਦਾਰਥਾਂ ਦਾ ਭੁੱਖਾ ਨਹੀਂ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ। ਕੋਈ ਭਾਵਨਾ ਦੇ ਨਾਲ ਗੁਰੂ ਦੇ ਅੱਗੇ ਕੌਡੀ ਵੀ ਰੱਖ ਦੇਵੇ ਨਾ, ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਗੁਰੂ ਐਸੀਆਂ ਕਿਰਪਾ ਕਰਦਾ ਹੈ, ਐਸੀ ਰਹਿਮਤ ਕਰਦਾ ਹੈ, ਬਖਸ਼ਿਸ਼ਾਂ ਗੁਰੂ ਕਰ ਦਿੰਦਾ ਉਸ ਸਿੱਖ ਦੇ ਉੱਪਰ। ਗਰੀਬ ਨਿਵਾਜ ਸਾਹਿਬ ਜੀ ਕਹਿਣ ਲੱਗੇ ਤੂੰ ਭਾਵਨਾ ਨਾਲ ਸਤਿਗੁਰੂ ਦੇ ਅੱਗੇ ਆ ਕੇ ਸੀਸ ਝੁਕਾਇਆ, ਨਮਸਕਾਰ ਕੀਤੀ ਹੈ, ਭੇਟਾਵਾਂ ਗੁਰੂ ਚਰਨਾਂ ਵਿੱਚ ਤੂੰ ਅਦਬ ਸਤਿਕਾਰ ਦੇ ਨਾਲ ਰੱਖੀਆਂ ਹਨ। ਕਰ ਸ਼ਰਧਾ ਪਰਸੇ ਕਰ ਪਾਇਨ। ਗਰੀਬ ਨਿਵਾਜ ਸਾਹਿਬ ਜੀ ਕਹਿਣ ਲੱਗੇ ਕਰ ਸ਼ਰਧਾ ਪਰਸੇ ਕਰ ਪਾਇਨ। ਤੂੰ ਸ਼ਰਧਾ ਦੇ ਨਾਲ ਆ ਕਰਕੇ ਚਰਨ ਸਪਰਸ਼ ਕੀਤੇ ਨੇ, ਸ਼ਰਧਾ ਨਾਲ। ਜਦੋਂ ਤੱਕ ਸ਼ਰਧਾ ਜੀਵਨ ਦੇ ਅੰਦਰ ਨਹੀਂ ਨਾ, ਉਦੋਂ ਤੱਕ ਖੇਡ ਨਹੀਂ ਬਣਦੀ। ਸ਼ਰਧਾ ਜੀਵਨ ਦੇ ਅੰਦਰ ਹੋਵੇ ਤੇ ਗੁਰੂ ਰਹਿਮਤ ਕਰਦਾ, ਗੁਰੂ ਕਿਰਪਾ ਕਰਦਾ ਹੈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਗੁਰਸਿੱਖਾ ਤੂੰ ਸ਼ਰਧਾ ਮਨ ਦੇ ਅੰਦਰ ਰੱਖੀ ਹੈ, ਭਾਵਨਾ ਰੱਖੀ ਹੈ, ਤੇ ਭਾਵਨਾ ਦੇ ਨਾਲ ਗੁਰੂ ਦੇ ਚਰਨਾਂ ਨੂੰ ਸਪਰਸ਼ ਕੀਤਾ ਤੇ ਤੇਰਾ ਜਨਮ ਮਰਨ ਹੀ ਕੱਟ ਦਿੱਤਾ ਹੈ। ਜਾਂ ਤੇ ਸਤਿਗੁਰ ਭਏ ਸਹਾਈ। ਇਸ ਲਈ ਸਤਿਗੁਰੂ ਤੇਰਾ ਮਦਦਗਾਰ ਹੋਇਆ। ਤੂੰ ਸ਼ਰਧਾ ਰੱਖੀ ਹੈ, ਭਾਵਨਾ ਰੱਖੀ ਹੈ। ਅਸੀਂ ਗੁਰੂ ਦੇ ਦਰ ਤੇ ਆਉਨੇ ਹਾਂ, ਸ਼ਰਧਾ ਸਾਡੇ ਜੀਵਨ ਦੇ ਅੰਦਰੋਂ ਅਲੋਪ ਹੋ ਜਾਂਦੀ ਹੈ। ਅਸੀਂ ਤਾਂ ਸ਼ਰਧਾ ਨਾਲ ਨਹੀਂ, ਈਰਖਾ ਦੇ ਨਾਲ ਕਈ ਵਾਰੀ ਆਉਂਦੇ ਹਾਂ, ਸੇਵਾ ਵੀ ਈਰਖਾ ਨਾਲ ਕਰਦੇ ਹਾਂ ਕਿ ਆਹ ਜਿਹੜੀ ਥਾਂ ਇਹ ਮੇਰੀ ਆ, ਇੱਥੇ ਮੈਂ ਹੀ ਸੇਵਾ ਕਰਨੀ ਹੈ, ਇੱਥੇ ਦੂਜਾ ਨਹੀਂ ਕਰ ਸਕਦਾ। ਆ ਜੋੜਿਆਂ ਦੀ ਥਾਂ ਤੇ ਮੈਂ ਇੱਥੇ ਖੜਨਾ, ਇੱਥੇ ਮੈਂ ਹੀ ਕਰਨੀ ਹੈ ਸੇਵਾ। ਆ ਫਲਾਨੀ ਥਾਂ ਦੇ ਉੱਪਰ ਮੈਂ ਖਲੋਣਾ ਹੈ। ਇੰਨੀ ਕੁ ਕਈ ਵਾਰੀ ਈਰਖਾ ਹੁੰਦੀ ਹੈ ਸਾਡੇ ਅੰਦਰ, ਪ੍ਰਭਤਾ ਦੀ, ਮਾਇਆ ਦੀ, ਪਦਾਰਥਾਂ ਦੀ ਅੰਦਰ ਹਉਮੈ ਟਿਕੀ ਹੁੰਦੀ ਹੈ ਨਾ, ਅਸੀਂ ਸ਼ਿਕਾਇਤਾਂ ਤੇ ਸ਼ਿਕਾਇਤਾਂ ਹੀ ਕਰਨ ਲੱਗ ਜਾਂਦੇ ਆ। ਕਦੇ ਸ਼ਰਧਾ ਦੇ ਨਾਲ ਆ ਕੇ ਦੇਖੋ ਗੁਰੂ ਦੇ ਦਰ ਤੇ, ਭਾਵਨਾ ਨਾਲ ਆਪਣੀ ਹਉਮੈ ਨੂੰ, ਜਿਹੜੀ ਆ ਸ਼ਿਕਾਇਤਾਂ ਕਰਨ ਵਾਲੀ ਹਉਮੈ ਆ ਨਾ, ਇਹਨੂੰ ਤਿਆਗ ਦਿਓ। ਭਾਵਨਾ ਨਾਲ ਗੁਰੂ ਦੇ ਦਰ ਤੇ ਆਓ। ਤੇ ਜਦੋਂ ਭਾਵਨਾ ਨਾਲ ਗੁਰੂ ਦੇ ਦਰ ਤੇ ਆਵਾਂ, ਗੁਰੂ ਰਹਿਮਤ ਕਰਦਾ ਹੈ, ਗੁਰੂ ਕਿਰਪਾ ਕਰਦਾ ਹੈ। ਫਿਰ ਜੀਵਨ ਦੇ ਅੰਦਰੋਂ ਸਾਰੇ ਕਲ ਕਲੇਸ਼ ਮਿਟਾ ਦਿੰਦਾ ਹੈ, ਜਨਮ ਮਰਨ ਮਿਟਾ ਦਿੰਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਤੂੰ ਭਾਵਨਾ ਨਾਲ ਸਾਡੇ ਕੋਲ ਆਇਆ, ਇਸ ਲਈ
ਸਤਿਗੁਰੂ ਤੇਰਾ ਮਦਦਗਾਰ ਹੋਇਆ ਹੈ। ਕੋਈ ਭਾਵਨਾ ਨਾਲ ਆਉਂਦਾ ਗੁਰੂ ਉਹਦੇ ਹਮੇਸ਼ਾ ਅੰਗ ਸੰਗ ਰਹਿੰਦਾ ਹੈ। ਸੁਪਨੇ ਮੈਂ ਸੋ ਦੀਨ ਬਿਤਾਏ। ਸਾਹਿਬ ਜੀ ਕਹਿਣ ਲੱਗੇ ਜਿਹੜਾ ਤੇਰਾ ਅਗਲਾ ਜਨਮ ਸੀ ਨਾ, ਉਹ ਅਸੀਂ ਸੁਪਨੇ ਦੇ ਵਿੱਚ ਹੀ ਤੇਰਾ ਜਨਮ ਕੱਟ ਦਿੱਤਾ ਹੈ। ਜਨਮ ਚੰਡਾਲ ਜੋ ਧਰਨੋ ਹੁਤੋ। ਜੋ ਤੂੰ ਚੰਡਾਲਾਂ ਦੇ ਘਰ ਦੇ ਵਿੱਚ ਜਨਮ ਲੈਣਾ ਸੀ, ਸੋ ਇੱਕ ਜਾਮਨ ਮੈਂ ਧਰ ਬਿਤੋ। ਤੇ ਸਾਹਿਬ ਜੀ ਕਹਿਣ ਲੱਗੇ ਇੱਕ ਰਾਤ ਦੇ ਵਿੱਚ ਹੀ, ਉਹ ਸੁਪਨੇ ਦੇ ਵਿੱਚ ਹੀ ਤੇਰਾ ਜਨਮ ਕੱਟ ਦਿੱਤਾ। ਭਰਮ ਹੁਤੋ ਤੇਰੋ ਮਨ ਮਾਈ। ਸਾਹਿਬ ਜੀ ਕਹਿਣ ਲੱਗੇ ਤੇਰੇ ਮਨ ਦੇ ਅੰਦਰ ਆ ਜੋ ਭਰਮ ਸੀ, ਲਿਖਿਆ ਮੇਟ ਸਕੇ ਕੋ ਨਾਈ। ਤੇਰੇ ਮਨ ਦੇ ਅੰਦਰ ਭਰਮ ਸੀ, ਜੋ ਸਤਿਗੁਰੂ ਜੀ ਦੇ ਵਚਨ ਸਨ, ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ। ਆ ਤੇਰੇ ਮਨ ਦੇ ਅੰਦਰ ਭਰਮ ਸੀਗਾ ਟਿਕਿਆ ਹੋਇਆ ਕਿ ਜਿਹੜਾ ਲਿਖਿਆ ਹੋਇਆ ਵਿਧਾਤੇ ਦਾ ਹੈ, ਇਹਨੂੰ ਕੋਈ ਮਿਟਾ ਨਹੀਂ ਸਕਦਾ। ਫਿਰ ਸਤਿਗੁਰੂ ਦੇ ਦਰ ਤੇ ਕੀ ਲੈਣ ਲਈ ਆਉਣਾ ਜੇ? ਔਰ ਇਹ ਭਰਮ ਸਾਹਿਬ ਜੀ ਕਹਿਣ ਲੱਗੇ ਤੇਰੇ ਮਨ ਦੇ ਅੰਦਰੋਂ ਕੱਢ ਦਿੱਤਾ। ਤੂੰ ਗੁਰੂ ਦੇ ਦਰ ਤੇ ਆਏਗਾ, ਤੇਰਾ ਜਨਮ ਮਰਨ ਵੀ ਕੱਟਿਆ ਜਾਏਗਾ। ਗੁਰੂ ਦੇ ਦਰ ਤੇ ਆਵੇ ਕੋਈ, ਗੁਰੂ ਕਿਰਪਾ ਕਰਦਾ ਹੈ, ਰਹਿਮਤ ਕਰਦਾ ਹੈ, ਔਰ ਉਹਦੇ ਸਾਰੇ ਲੇਖ ਜਿਹੜੇ ਪਿਛਲੇ ਨੇ ਨਾ, ਪੁੱਠੇ ਲੇਖ ਨੇ, ਉਹ ਸਿੱਧੇ ਕਰ ਦਿੰਦਾ ਹੈ। ਜਿਹਦੇ ਘਰ ਦੇ ਵਿੱਚ ਦੁੱਧ ਨਹੀਂ ਹੈ, ਉਹਦੇ ਘਰ ਦੇ ਵਿੱਚ ਗੁਰੂ ਦੁੱਧ ਦੀਆਂ ਨਦੀਆਂ ਵਗਾ ਦਿੰਦਾ ਹੈ। ਜਿਹਦੀ ਕਿਸਮਤ ਵਿੱਚ ਦੌਲਤ ਨਹੀਂ, ਗੁਰੂ ਦੇ ਦਰ ਤੇ ਭਾਵਨਾ ਨਾਲ ਆਵੇ, ਗੁਰੂ ਉਹਦੇ ਘਰ ਦੇ ਵਿੱਚ ਦੌਲਤ ਦੇ ਅੰਬਾਰ ਲਾ ਦਿੰਦਾ ਹੈ। ਜਿਹਦਾ ਸਰੀਰ ਤੰਦਰੁਸਤ ਨਹੀਂ, ਗੁਰੂ ਦੇ ਦਰ ਤੇ ਭਾਵਨਾ ਨਾਲ ਆਵੇ, ਕੰਚਨ ਵਰਗੀ ਦੇਹੀ ਬਣਾ ਦਿੰਦਾ ਹੈ। ਗੁਰੂ ਦੇ ਦਰ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਇੱਕ ਸਿੱਖ ਆਇਆ ਸੀ ਤੇ ਕੋੜ ਦਾ ਰੋਗ ਫੈਲਿਆ। ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ, ਕੰਚਨ ਵਰਗੀ ਦੇਹੀ ਬਣਾ ਦਿੱਤੀ ਹੈ, ਉਹਨੂੰ ਮੁਰਾਰੀ ਬਣਾ ਦਿੱਤਾ ਹੈ। ਕੋਈ ਭਾਵਨਾ ਨਾਲ ਗੁਰੂ ਦੇ ਦਰ ਤੇ ਆਵੇ, ਜਿਹਨੂੰ ਕਿਤੇ ਵੀ ਕੋਈ ਢੋਈ ਨਹੀਂ ਨਾ ਮਿਲਦੀ, ਉਹ ਗੁਰੂ ਦੇ ਦਰ ਤੇ ਆਵੇ ਤੇ ਗੁਰੂ ਉਹਦੀ ਬਾਹ ਫੜ ਲੈਂਦਾ ਹੈ। ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ, ਛੱਬੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚੀਤਾਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਹ। ਐਸੇ ਸਤਿਗੁਰੂ ਦੇ ਕੋਲੇ ਕੋਈ ਆ ਜਾਵੇ ਨਾ ਸ਼ਰਧਾ ਦੇ ਨਾਲ, ਭਾਵਨਾ ਨਾਲ, ਤੇ ਗੁਰੂ ਉਹਦੀ ਬਾਹ ਫੜ ਲੈਂਦਾ ਹੈ। ਜਿਹਦੀ ਬਾਹ ਸਤਿਗੁਰੂ ਨੇ ਫੜ ਲਈ, ਜਾਮ ਗੁਰੂ ਹੋਏ ਬਲ, ਧਨੇ ਕਿਆ ਗਾਰਬ ਦੀਜੈ, ਜਾਮ ਗੁਰੂ ਹੋਏ ਬਲ, ਲੱਖ ਬਾਹੇ ਕਿਆ ਕੀਜੈ। ਉੱਥੇ ਲੱਖਾਂ ਬਾਹਾਂ ਵੀ ਕੁਝ ਨਹੀਂ ਕਰ ਸਕਦੀਆਂ। ਕਲਗੀਧਰ ਪਿਤਾ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਜਦੋਂ ਲਿਖ ਕੇ ਭੇਜਿਆ ਨਾ, ਉਹ ਜ਼ਫਰਨਾਮੇ ਦੇ ਵਿੱਚ ਕਿਹਾ ਸੀ, ਔਰੰਗਜ਼ੇਬ ਤੇਰੇ ਵਰਗੇ ਜਿਹੜੇ ਕਾਨ ਆ, ਸ਼ੈਤਾਨ ਕਾਨ ਏ, ਜਿਹੜਾ ਹੋਮਾ ਪੰਛੀ ਦੇ ਸ਼ਰਨ ਵਿੱਚ ਆ ਜਾਂਦਾ ਹੈ, ਉਹਨੂੰ ਚਲਾਕ ਕਾਂ ਕੁਝ ਵੀ ਨਹੀਂ ਕਹਿ ਸਕਦੇ, ਕੁਝ ਉਹਦਾ ਵਿਗਾੜ ਨਹੀਂ ਸਕਦੇ। ਅਸੀਂ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਏ ਆ ਤੇ ਤੇਰੇ ਵਰਗੇ ਚਲਾਕ ਸਾਡਾ ਕੁਝ ਵੀ ਨਹੀਂ ਵਿਗਾੜ ਸਕਦੇ। ਤੇ ਗਰੀਬ ਨਵਾਜ਼ ਸਾਹਿਬ ਜੀ ਕਹਿੰਦੇ ਜਿਹੜੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਤੇ ਵਾਹਿਗੁਰੂ ਉਹਨਾਂ ਦੀ ਆਪ ਬਾਹ ਫੜਦਾ ਤੇ ਉਹ ਲੱਖਾਂ ਬਾਹਾਂ ਵੀ ਅੱਗੇ ਕੁਝ ਨਹੀਂ ਕਰਦੀਆਂ, ਸਾਰੀਆਂ ਲੱਖਾਂ ਬਾਹਾਂ ਕਮਜ਼ੋਰ ਪੈ ਜਾਂਦੀਆਂ ਨੇ। ਜਿਹਦੇ ਵੱਲ ਨਿਰੰਕਾਰ ਹੋਵੇ। ਕਲਗੀਧਰ ਪਿਤਾ ਜੀ ਦੇ ਉੱਪਰ ਲੱਖਾਂ ਕਰੋੜਾਂ ਬਾਹਾਂ ਚੜ ਕਰਕੇ ਆਈਆਂ ਸਨ, ਸਾਰੀਆਂ ਕਮਜ਼ੋਰ ਪੈ ਗਈਆਂ। ਤੇ ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ ਜਿਹਨੂੰ ਗੁਰੂ ਤੇ ਭਰੋਸਾ ਹੈ ਔਰ ਹਮੇਸ਼ਾ ਗੁਰੂ ਜੀ ਦੀ ਰਜ਼ਾ ਵਿੱਚ ਰਹਿੰਦਾ, ਉਹਦੇ ਭਾਣੇ ਵਿੱਚ ਰਹਿੰਦਾ ਨਾ, ਉਹਦੇ ਤੇ ਭਰੋਸਾ ਰੱਖਦਾ ਹੈ, ਉਹਦੇ ਤੇ ਸ਼ਰਧਾ ਰੱਖਦਾ, ਅਕੀਦਤ ਰੱਖਦਾ ਹੈ, ਤੇ ਵਾਹਿਗੁਰੂ ਜੀ ਦੇ ਹਰ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ। ਤੇ ਕਲਗੀਧਰ ਪਿਤਾ ਜੀ ਨੂੰ ਨਾ ਭਾਈ ਦਇਆ ਸਿੰਘ ਜੀ ਨੇ ਸ਼ਹਿਨਸ਼ਾਹ ਕਹਿ ਕੇ ਬੇਨਤੀ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਗੁਰਸਿੱਖੋ ਮੈਨੂੰ ਸ਼ਹਿਨਸ਼ਾਹ ਨਾ ਕਹੋ,
ਮੈਂ ਤਾਂ ਆਪਣੇ ਸਿਰ ਤੋਂ ਕਰਜ਼ ਚੜਿਆ ਹੋਇਆ ਸੀ, ਉਹ ਕਰਜ਼ ਉਤਾਰਿਆ, ਉਹ ਕਰਜ਼ ਵੀ ਕਿਸ਼ਤਾਂ ਦੇ ਵਿੱਚ ਲਾਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਗੀਤਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਉੱਪਰ ਇੱਕ ਅਦੀਬ ਦੇ ਬੜੇ ਸੁੰਦਰ ਵਚਨ ਨੇ। ਕਹਿਣ ਲੱਗੇ, ਕਲਗੀਧਰ ਪਿਤਾ ਜੀ ਨੇ ਕਿਹਾ, ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ। ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ। 4 ਪੁੱਤਰ ਸਨ ਬਖਸ਼ੇ ਪ੍ਰਮਾਤਮਾ ਨੇ, ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ। ਮੈਨੂੰ ਮਤ ਸ਼ਹਿਨਸ਼ਾਹ ਕਹੋ ਸਿੰਘੋ, ਕਿਸ਼ਤਾਂ ਨਾਲ ਤਾਂ ਕਰਜ਼ ਉਤਾਰਿਆ ਮੈਂ। ਇਹ ਤਾਂ ਕਿਸ਼ਤਾਂ ਦੇ ਨਾਲ ਕਰਜ਼ ਉਤਾਰਿਆ, ਮੈਨੂੰ ਸ਼ਹਿਨਸ਼ਾਹ ਨਾ ਕਹੋ। ਉਹ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰਹਿੰਦੇ ਨੇ, ਜਿਨ੍ਹਾਂ ਦੇ ਮਨ ਦੇ ਅੰਦਰ ਸ਼ਰਧਾ ਆ ਜਾਂਦੀ ਹੈ, ਭਾਵਨਾ ਆ ਜਾਂਦੀ ਹੈ, ਪਿਆਰ ਆ ਜਾਂਦਾ ਨਾ, ਉਹ ਹਰ ਹੀਲੇ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰਹਿੰਦੇ ਨੇ, ਉਹਦੇ ਭਾਣੇ ਵਿੱਚ ਰਹਿੰਦੇ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਤੁਹਾਡੇ ਮਨ ਦੇ ਅੰਦਰ ਸ਼ਰਧਾ ਆ ਗਈ ਸੀ, ਭਾਵਨਾ ਆ ਗਈ, ਤੇ ਇਸ ਲਈ ਅਸੀਂ ਤੁਹਾਡਾ ਜਨਮ ਮਰਨ ਹੀ ਕੱਟ ਦਿੱਤਾ ਹੈ। ਤੁਹਾਡੇ ਮਨ ਦੇ ਅੰਦਰ ਆ ਭਰਮ ਸੀ ਕਿ ਇਹ ਲੇਖ ਨਹੀਂ ਮਿਟ ਸਕਦੇ, ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਤੇਰਾ ਇਹ ਲੇਖ ਵਾਲਾ ਜਿਹੜਾ ਭਰਮ ਸੀ ਉਹ ਦੂਰ ਕਰ ਦਿੱਤਾ ਹੈ, ਤੈਨੂੰ ਦਿਖਾ ਦਿੱਤਾ ਕਿ ਇਸ ਤਰ੍ਹਾਂ ਲੇਖ ਮਿਟ ਸਕਦੇ ਨੇ। ਸਤਿਗੁਰੂ ਗੁਰੂ ਕਲਗੀਧਰ ਪਿਤਾ ਜੀ ਦੇ ਕੋਲ ਇੱਕ ਫਕੀਰ ਨੇ ਆ ਕੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਸੀ, ਸਤਿਗੁਰੂ ਮੈਂ ਸ਼ਾਸਤਰਾਂ ਦੇ ਵਿੱਚ ਪੜ੍ਹਿਆ ਕਿ ਮਨੁੱਖ ਦੀ ਪਰਾਲਭ ਦੇ ਅਨੁਸਾਰ ਹੀ ਕੁਝ ਪ੍ਰਾਪਤ ਹੁੰਦਾ, ਤੁਹਾਡੇ ਦਰ ਤੇ ਤਾਂ ਉਹ ਮਨੁੱਖ ਜਿਹਦੇ ਭਾਗਾਂ ਦੇ ਵਿੱਚ ਪੁੱਤਰ ਨਹੀਂ ਹੈ, ਤੁਸੀਂ ਉਹਨੂੰ ਪੁੱਤਰ ਦੀ ਦਾਤ ਦੇ ਦਿੰਦੇ ਹੋ। ਜਿਹਦੇ ਭਾਗਾਂ ਵਿੱਚ ਦੁੱਧ ਨਹੀਂ, ਦੁੱਧ ਦੇ ਦਿੰਦੇ ਹੋ। ਜਿਹਦੇ ਭਾਗਾਂ ਵਿੱਚ ਧਨ ਦੌਲਤ ਨਹੀਂ, ਉਹਨੂੰ ਧਨ ਦੌਲਤ ਦੇ ਦਿੰਦੇ ਹੋ। ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਉਸ ਸਮੇਂ ਕੋਲ ਖਲੋਤੇ ਗੁਰਸਿੱਖ ਨੂੰ ਹੁਕਮ ਕੀਤਾ ਕਿ ਤੁਸੀਂ ਮੋਹਰ ਲੈ ਕੇ ਆਓ, ਕਾਗਜ਼ ਲੈ ਕੇ ਆਓ। ਸਤਿਗੁਰਾਂ ਦਾ ਹੁਕਮ ਪਾ ਕੇ ਮੋਹਰ ਲਿਆਂਦੀ, ਕਾਗਜ਼ ਲਿਆਂਦਾ, ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਉਹ ਮੋਹਰ ਫਕੀਰ ਨੂੰ ਦਿਖਾਈ। ਕਹਿਣ ਲੱਗੇ, ਇਹਦੇ ਅੱਖਰ ਪੜੋ। ਫਕੀਰ ਕਹਿਣ ਲੱਗੇ, ਸਤਿਗੁਰੂ ਇਹਦੇ ਅੱਖਰ ਸਾਰੇ ਪੁੱਠੇ ਨੇ ਤੇ ਪੜ੍ਹਨੇ ਬੜੇ ਔਖੇ ਨੇ, ਪੜ੍ਹੇ ਨਹੀਂ ਜਾਂਦੇ। ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਉਹ ਮੋਹਰ ਕਾਗਜ਼ ਦੇ ਉੱਪਰ ਲਾ ਦਿੱਤੀ ਤੇ ਕਿਹਾ, ਹੁਣ ਪੜ੍ਹ। ਫਕੀਰ ਕਹਿਣ ਲੱਗੀ, ਆ ਸਤਿਗੁਰੂ ਜੀ ਇਹਦੇ ਅੱਖਰ ਸਿੱਧੇ ਹੋ ਗਏ ਨੇ ਤੇ ਪੜ੍ਹਨੇ ਬੜੇ ਆਸਾਨ ਨੇ। ਧੰਨ ਗੁਰੂ ਕਲਗੀਧਰ ਪਿਤਾ ਜੀ ਕਹਿਣ ਲੱਗੇ, ਜੋ ਗੁਰੂ ਦੇ ਦਰ ਤੇ ਆ ਕਰਕੇ ਇਸ ਤਰ੍ਹਾਂ ਮਸਤਕ ਗੁਰੂ ਚਰਨਾਂ ਵਿੱਚ ਟਿਕਾ ਦਿੰਦਾ, ਭਾਵਨਾ ਨਾਲ ਆਪਣਾ ਸੀਸ ਗੁਰੂ ਚਰਨਾਂ ਵਿੱਚ ਰੱਖ ਦਿੰਦਾ ਹੈ, ਉਹਨਾਂ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਸਤਿ ਸ੍ਰੀ ਅਕਾਲ। ਕੋਈ ਭਾਵਨਾ ਨਾਲ ਆ ਕੇ ਗੁਰੂ ਦੇ ਦਰ ਤੇ ਸੀਸ ਝੁਕਾ ਦੇਵੇ, ਨਮਸਕਾਰ ਕਰੇ, ਉਹਨਾਂ ਦੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਤਰ੍ਹਾਂ ਦਾ ਜੋ ਸ਼ੰਕਾ ਇਸ ਰਾਜੇ ਦੇ ਮਨ ਦੇ ਅੰਦਰ ਹੈ, ਉਹ ਸ਼ੰਕਾ ਨਿਵਰਤ ਕਰਦੇ ਹਨ। ਤੋ ਸਹਾਇਤਾ ਗੁਰੂ ਕਿਆ ਕਰੇ। ਤੇ ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ, ਤੇਰੇ ਮਨ ਦੇ ਅੰਦਰ ਭਰਮ ਸੀ, ਉਹ ਭਰਮ ਦੂਰ ਕਰ ਦਿੱਤਾ। ਜਿਨ੍ਹਾਂ ਦੇ ਮਨ ਦੇ ਅੰਦਰ ਸ਼ਰਧਾ ਨਹੀਂ ਹੈ, ਭਾਵਨਾ ਨਹੀਂ ਹੈ, ਤੋ ਸਹਾਇਤਾ ਗੁਰ ਕਿਆ ਕਰੇ। ਤੇ ਉਹਨਾਂ ਦੀ ਫਿਰ ਗੁਰੂ ਕਿਵੇਂ ਸਹਾਇਤਾ ਕਰੇਗਾ। ਨੇਫਲ ਇਮ ਸੰਸੋ ਤੂੰ ਤਰੇ। ਤੇ ਸਾਹਿਬ ਜੀ ਕਹਿਣ ਲੱਗੀ, ਦੇਖ ਜਿਨ੍ਹਾਂ ਦੇ ਮਨ ਦੇ ਅੰਦਰ ਸ਼ਰਧਾ ਹੁੰਦੀ ਹੈ ਨਾ, ਭਾਵਨਾ ਹੁੰਦੀ ਹੈ, ਉਹਨਾਂ ਦੇ ਗੁਰੂ ਲੇਖ ਮਿਟਾ ਦਿੰਦਾ ਹੈ, ਉਹਨਾਂ ਦੀ ਮਦਦ ਗੁਰੂ ਆਪ ਕਰਦਾ ਹੈ। ਸਤਿਗੁਰੂ ਜੀ ਕਹਿਣ ਲੱਗੀ, ਰਾਜਾ ਜੀ ਤੇਰੇ ਮਨ ਦੇ ਅੰਦਰ ਭਰਮ ਸੀ, ਫਿਰ ਗੁਰੂ ਦੇ ਦਰ ਤੇ ਕੀ ਲੈਣ ਲਈ ਆਉਣਾ ਜੇ ਗੁਰੂ ਨੇ ਸਹਾਇਤਾ ਹੀ ਨਹੀਂ ਕਰਨੀ, ਗੁਰੂ ਨੇ ਮਦਦ ਹੀ ਨਹੀਂ ਕਰਨੀ, ਤੇ ਇੱਥੇ ਆਉਣਾ ਤਾਂ ਸਾਡਾ ਨਿਸਫਲ ਹੈ। ਨਿਫਲ ਇਹ ਸੰਸੋ ਤੂੰ ਧਰੈ। ਸਤਿਗੁਰੂ ਜੀ ਕਹਿਣ ਲੱਗੇ, ਤੂੰ ਮਨ ਦੇ ਅੰਦਰ ਸ਼ੰਕਾ ਰੱਖਿਆ ਸੀ, ਤੇਰੇ ਮਨ ਦੇ ਅੰਦਰ ਇਸ ਤਰ੍ਹਾਂ ਦਾ ਭਰਮ ਸੀ ਕਿ ਇੱਥੇ ਆਉਣ ਦਾ ਕੀ ਫਾਇਦਾ ਹੈ। ਇਹ ਸ਼ੰਕੇ ਹੀ ਤੇਰੇ ਮਨ ਦੇ ਅੰਦਰ ਟਿਕੇ ਹੋਏ ਸਨ ਕਿ ਗੁਰੂ ਦੇ ਦਰ ਤੇ ਆਉਣ ਦਾ ਕੀ ਫਾਇਦਾ ਜੇ ਲੇਖ ਹੀ ਨਹੀਂ ਮਿਟਣੇ। ਸੋ ਬਿਦ ਤੁਝ ਕੋ ਕਰ ਦਿਖਰਾਈ। ਸਾਹਿਬ ਜੀ ਕਹਿਣ ਲੱਗੇ, ਉਹ ਗੱਲ
ਤੈਨੂੰ ਪ੍ਰਗਟ ਤੌਰ ਤੇ ਦਿਖਾ ਦਿੱਤੀ ਹੈ। ਇਮ ਸ਼੍ਰੀ ਸਤਿਗੁਰ ਹੋਏ ਸਹਾਈ। ਇਸ ਤਰ੍ਹਾਂ ਸਤਿਗੁਰੂ ਸਹਾਇਤਾ ਕਰਦਾ ਹੈ। ਮਹਾ ਕਸ਼ਟ ਤੇ ਲੇਤ ਬਚਾਏ। ਸਤਿਗੁਰੂ ਬਹੁਤ ਵੱਡੇ ਕਸ਼ਟ ਤੋਂ ਆਪਣੇ ਸਿੱਖ ਨੂੰ ਬਚਾ ਲੈਂਦਾ ਹੈ। ਜੋ ਸਿੱਖ ਬਨ ਹੈ ਸ਼ਰਧਾ ਲਿਆਏ। ਜੋ ਸਿੱਖ ਗੁਰੂ ਕਾ ਬਣ ਕੇ ਮਨ ਦੇ ਅੰਦਰ ਸ਼ਰਧਾ ਭਾਵਨਾ ਲੈ ਕੇ ਆਉਂਦਾ ਹੈ। ਸੁਨ ਕੈ ਨ੍ਰਿਪ ਗਦ ਗਦ ਹੋਏ ਗਇਓ। ਸਾਹਿਬ ਜੀ ਕਹਿਣ ਲੱਗੇ ਜੋ ਗੁਰੂ ਕਾ ਸਿੱਖ ਮਨ ਦੇ ਅੰਦਰ ਸ਼ਰਧਾ ਭਾਵਨਾ ਲੈ ਕੇ ਆਉਂਦਾ ਹੈ, ਆਪਣੀ ਹਉਮੈ ਨੂੰ ਆਕੜ ਨੂੰ ਬਾਹਰ ਰੱਖ ਕੇ ਆਉਂਦਾ ਨਾ ਤੇ ਭਾਵਨਾ ਨਿਮਰਤਾ ਦੇ ਵਿੱਚ ਆਵੇ ਤੇ ਗੁਰੂ ਉਹਦੀ ਬਾਹ ਫੜ ਲੈਂਦਾ ਹੈ। ਗੁਰੂ ਕਿਰਪਾ ਕਰਦਾ ਇਸ ਆਕੜ ਨੂੰ, ਇਸ ਹਉਮੈ ਨੂੰ ਬਾਹਰ ਛੱਡ ਕਰਕੇ ਆਈਏ। ਸਾਡੇ ਮਨ ਦੇ ਅੰਦਰ ਬੜੇ ਤਰ੍ਹਾਂ ਦੀ ਹਉਮੈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਹਮ ਵੱਡ ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਵੇ ਨਾ ਨਾਸੀ। ਆ ਹਉਮੈ ਵਾਲੀ ਬੁੱਧੀ ਦਾ ਤਾਂ ਕਦੇ ਖਾਤਮੇ ਨਹੀਂ ਹੋਇਆ। ਇਹ ਹਉਮੈ ਵਾਲੀ ਬੁੱਧੀ ਤਾਂ ਅੰਦਰ ਟਿਕੀ ਰਹੀ ਹੈ, ਅੰਦਰ ਆਕੜੀ ਟਿਕੀ ਰਹੀ ਹੈ। ਤੇ ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ ਸਿੱਖ ਦੇ ਅੰਦਰ ਸ਼ਰਧਾ ਹੋਵੇ, ਭਾਵਨਾ ਹੋਵੇ, ਇਸ ਹਉਮੈ ਨੂੰ ਤਿਆਗ ਦੇਵੇ ਤੇ ਉਹਦੀ ਸਿੱਖ ਹਮੇਸ਼ਾ ਗੁਰੂ ਉਹਦੀ ਸਿੱਖ ਦੀ ਸਦਾ ਹੀ ਮਦਦ ਕਰਦਾ ਹੈ, ਉਹਦੀ ਬਾਹ ਫੜਦਾ ਹੈ। ਸੁਨ ਕੈ ਨ੍ਰਿਪ ਗਦ ਗਦ ਹੋਏ ਗਇਓ। ਇਹ ਗੱਲ ਸੁਣ ਕਰਕੇ ਰਾਜਾ ਬਹੁਤ ਖੁਸ਼ ਹੋਇਆ ਹੈ। ਬੈਠੇ ਮੈਦ ਪ੍ਰੇਮ ਉਪਜਿਓ। ਹਿਰਦੇ ਦੇ ਅੰਦਰ ਬਹੁਤ ਜ਼ਿਆਦਾ ਖੁਸ਼ੀ ਹੈ, ਬੜਾ ਪ੍ਰੇਮ ਇਹਦੇ ਮਨ ਦੇ ਅੰਦਰ ਟਿਕਿਆ ਹੈ। ਬਇਓ ਨੈਣ ਤੇ ਅਸ਼ਰੂ ਪਰਵਾਹੋ। ਜਦੋਂ ਹਿਰਦੇ ਵਿੱਚ ਸ਼ਰਧਾ ਆ ਜਾਵੇ, ਪ੍ਰੇਮ ਆ ਜਾਵੇ ਨਾ, ਇਹ ਕੁਦਰਤੀ ਆ, ਉਸ ਸਮੇਂ ਫਿਰ ਅੰਦਰੋਂ ਵੈਰਾਗ ਦੇ ਹੰਝੂ ਕਿਰਦੇ ਨੇ। ਅੰਦਰ ਵੈਰਾਗ ਉਤਪਨ ਹੋ ਜਾਂਦਾ, ਨੇਤਰਾਂ ਦੇ ਵਿੱਚੋਂ ਨੀਰ ਛਲਕਣ ਲੱਗ ਜਾਂਦਾ ਹੈ। ਤੇ ਇਸ ਰਾਜੇ ਦੇ ਮਨ ਦੇ ਅੰਦਰ ਸ਼ਰਧਾ ਆ ਗਈ ਹੈ, ਪਿਆਰ ਅੰਦਰ ਆ ਕੇ ਟਿਕ ਗਿਆ। ਭਾਵਨਾ ਦੇ ਨਾਲ ਇਹਦੇ ਨੇਤਰਾਂ ਦੇ ਵਿੱਚੋਂ ਹੰਝੂ ਕਿਰਨ ਲੱਗ ਪਏ ਹਨ। ਤਰਿਓ ਸੀਸ ਪਗ ਪੰਕਜ ਮਾਓ। ਸਤਿਗੁਰੂ ਜੀ ਦੇ ਕਮਲ ਵਰਗੇ ਚਰਨਾਂ ਦੇ ਉੱਪਰ ਇਹਨੇ ਆਪਣਾ ਸੀਸ ਰੱਖ ਦਿੱਤਾ। ਧੰਨ ਧੰਨ ਸ਼੍ਰੀ ਸਤਿਗੁਰ ਅਰਜਨ। ਬੇਨਤੀ ਕੀਤੀ ਗਰੀਬ ਨਵਾਜ਼ ਸਾਹਿਬ ਜੀ, ਤੁਸੀਂ ਧੰਨ ਹੋ, ਧੰਨ ਹੋ। ਸਿੱਖਨ ਰੱਖਕ ਸੁਨ ਜਿਨ ਅਰਜਨ। ਅਰਜਨ, ਅਰਜਨ ਦਾ ਅਰਥ ਬੇਨਤੀ। ਸਤਿਗੁਰੂ ਤੁਸੀਂ ਆਪਣੇ ਸਿੱਖਾਂ ਦੀ ਬੇਨਤੀ ਨੂੰ ਸੁਣ ਕਰਕੇ ਉਹਨਾਂ ਦੀ ਰੱਖਿਆ ਕਰਦੇ ਹੋ। ਮੈਂ ਅਤ ਦੀਨ ਭਰਿਓ ਦਰਬਾਰ। ਮੈਂ ਤਾਂ ਬਹੁਤ ਗਰੀਬ ਬਣ ਕਰਕੇ, ਦੀਨ ਬਣ ਕਰਕੇ ਤੁਹਾਡੇ ਦਰਬਾਰ ਵਿੱਚ ਆਇਆ, ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਗਉ ਬਾਹੋਂ ਕੀਜੇ ਭਵ ਪਾਰ। ਗਰੀਬ ਨਵਾਜ਼ ਸਤਿਗੁਰੂ ਕਿਰਪਾ ਕਰੋ, ਮੈਨੂੰ ਇਸ ਭਵਜਲ ਸਾਗਰ ਤੋਂ ਪਾਰ ਕਰ ਦੇਵੋ। ਤੁਮ ਸਮ ਗੁਰੂ ਪਾਏ ਹੋ ਕਹਾਂ। ਸਤਿਗੁਰੂ ਤੁਹਾਡੇ ਵਰਗਾ ਗੁਰੂ ਸੰਸਾਰ ਦੇ ਅੰਦਰ ਕਿਤੇ ਨਹੀਂ ਲੱਭਣਾ। ਭੱਟ ਸਾਹਿਬਾਨਾਂ ਨੇ 1 ਸਾਲ ਬਾਹਰ ਭਟਕਦੇ ਰਹੇ, ਕਿਤੋਂ ਕੋਈ ਬ੍ਰਹਮ ਗਿਆਨੀ ਮਿਲੇ, ਕਿਤੇ ਕੋਈ ਪੂਰਨ ਗੁਰੂ ਮਿਲੇ। 1 ਸਾਲ ਲੱਭਦੇ ਰਹੇ, ਜਿੱਥੇ ਕਿਤੇ ਦੱਸ ਪੈਂਦੀ ਸੀ ਕਿ ਉੱਥੇ ਬ੍ਰਹਮ ਗਿਆਨੀ ਹੈ, ਉੱਥੇ ਬਹੁਤ ਵੱਡਾ ਗੁਰੂ ਹੈ, ਉਹਦੇ ਕੋਲੇ ਚਲੇ ਜਾਓ, ਧਾਰਮਿਕ ਗੁਰੂ ਹੈ। ਬੜਿਆਂ ਕੋਲੇ ਗਏ, ਪਰ ਉਹਨਾਂ ਦੀ ਕਹਿਣੀ ਸੀ, ਰਹਿਤ ਕੋਈ ਨਹੀਂ ਸੀ। ਤੇ ਜਦੋਂ ਰਹਿਤ ਨੂੰ ਵੇਖਦੇ ਸਨ ਤੇ ਮਨ ਦੇ ਅੰਦਰ ਪ੍ਰਸੰਨਤਾ ਨਹੀਂ ਸੀ ਆਉਂਦੀ, ਬੜੇ ਮਾਯੂਸ ਹੋਏ। 1 ਸਾਲ ਭਟਕਦੇ ਰਹੇ, ਫਿਰ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ। ਭੱਟ ਸਾਹਿਬਾਨਾਂ ਨੇ ਗੁਰੂ ਸਾਹਿਬ ਜੀ ਦੇ ਕੋਲ ਆ ਕਰਕੇ ਦੀਦਾਰ ਕੀਤੇ, ਸਤਿਗੁਰਾਂ ਦੇ ਅੰਮ੍ਰਿਤ ਵਚਨ ਸੁਣੇ ਤੇ ਗਰੀਬ ਨਵਾਜ਼ ਸਾਹਿਬ ਜੀ ਦੀ ਰਹਿਤ ਨੂੰ ਵੀ ਵੇਖਿਆ। ਬੜੀ ਪ੍ਰਸੰਨਤਾ ਹੋਈ ਤੇ ਭੱਟ ਸਾਹਿਬਾਨ ਉਸ ਸਮੇਂ ਫਿਰ ਸਤਿਗੁਰੂ ਜੀ ਦੇ ਸਨਮੁਖ ਖਲੋ ਕਰਕੇ ਕਹਿਣ ਲੱਗੇ, ਸਤਿਗੁਰੂ ਅਸੀਂ 1 ਸਾਲ ਭਟਕਦੇ ਰਹੇ, ਸਾਨੂੰ ਕਿਤੋਂ ਵੀ ਬ੍ਰਹਮ ਗਿਆਨੀ ਦੇ ਦੀਦਾਰ ਨਹੀਂ ਹੋਏ, ਪੂਰਨ ਪੁਰਖ ਦੇ ਦਰਸ਼ਨ ਨਹੀਂ ਹੋਏ। ਬਰਸ ਏਕ ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਤਿਓ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਸਤਿਗੁਰੂ
ਬਸ ਕਹਿਣੀ ਸੀ, ਰਹਿਤ ਕੋਈ ਨਹੀਂ ਸੀ, ਮਨ ਪ੍ਰਸੰਨ ਨਹੀਂ ਸੀ ਹੋਇਆ। 1 ਸਾਲ ਭਟਕਦੇ ਰਹੇ, ਬੜਿਆਂ ਦੇ ਕੋਲ ਗਏ, ਇੱਥੇ ਸੰਨਿਆਸੀ ਵੇਖੇ, ਸਾਧ ਵੇਖੇ, ਬਹੁਤ ਕੁਝ ਵੇਖਿਆ, ਪਰ ਜਿਨ੍ਹਾਂ ਦੇ ਕੋਲ ਵੀ ਗਏ ਉਥੇ ਸਾਨੂੰ ਪ੍ਰਸੰਨਤਾ ਨਹੀਂ ਮਿਲੀ, ਆਨੰਦ ਨਹੀਂ ਬਣਿਆ, ਖੁਸ਼ੀ ਨਹੀਂ ਬਣੀ। ਔਰ ਰਾਜਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ, ਸਤਿਗੁਰੂ ਤੁਸੀਂ ਆਪਣੇ ਸਿੱਖ ਦੇ ਸਦਾ ਹੀ ਮਦਦਗਾਰ ਹੁੰਦੇ ਹੋ, ਆਪਣੇ ਸਿੱਖ ਦੀ ਬਾਹ ਫੜਦੇ ਹੋ, ਜਿਹੜਾ ਤੁਹਾਡੀ ਸ਼ਰਨ ਵਿੱਚ ਆ ਜਾਂਦਾ ਹੈ ਤੇ ਤੁਸੀਂ ਉਹਨਾਂ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰ ਦਿੰਦੇ ਹੋ, ਤੇ ਤੁਹਾਡੇ ਵਰਗਾ ਸਮੁੱਚੀ ਲੁਕਾਈ ਵਿੱਚ, ਸਮੁੱਚੇ ਜਗਤ ਵਿੱਚ ਕੋਈ ਨਹੀਂ ਹੈ, ਤੁਹਾਡੀ ਬਰਾਬਰੀ ਕਰਨ ਵਾਲਾ ਕੋਈ ਨਹੀਂ ਹੈ। ਭੱਟ ਸਾਹਿਬਾਨ ਵੀ ਕਹਿੰਦੇ 1 ਸਾਲ ਹੋ ਗਿਆ ਅਸੀਂ ਭਟਕਦੇ ਸੀ, ਤੁਹਾਡੇ ਵਰਗਾ ਸਾਨੂੰ ਸੰਸਾਰ 'ਚ ਨਹੀਂ ਲੱਭਿਆ, ਕਿਤੋਂ ਨਹੀਂ ਲੱਭਿਆ। ਤੇ ਰਾਜਾ ਵੀ ਸਤਿਗੁਰੂ ਜੀ ਨੂੰ ਕਹਿਣ ਲੱਗਿਆ, ਗਰੀਬ ਨਵਾਜ਼ ਸਾਹਿਬ ਜੀਓ 1 ਸਾਲ ਭਟਕਦੇ ਰਹੇ ਸੀ, ਜਿਵੇਂ ਭੱਟ ਸਾਹਿਬਾਨ ਭਟਕਦੇ ਰਹੇ, ਤੁਹਾਡੇ ਵਰਗਾ ਨਹੀਂ ਮਿਲਿਆ। ਸਤਿਗੁਰੂ ਜੀ ਤੁਮ ਸਮ ਗੁਰੂ ਪਾਏ ਹੋ ਕਹਾਂ, ਮੈਂ ਤੁਹਾਡੇ ਵਰਗਾ ਗੁਰੂ ਹੋਰ ਕਿੱਥੋਂ ਪ੍ਰਾਪਤ ਕਰਾਂ। ਜਨਮ ਮਰਨ ਕਾਟੋ ਦੁਖ ਮਹਾ, ਸਤਿਗੁਰੂ ਆਪ ਕਿਰਪਾ ਕਰਕੇ ਮੇਰਾ ਜਨਮ ਮਰਨ ਕੱਟ ਦੇਵੋ। ਨਿਜ ਚਰਣਾਮ੍ਰਿਤ ਮੁਝ ਕੋ ਦੇਹੋ, ਮੈਨੂੰ ਆਪਣੇ ਚਰਨਾਂ ਦੀ ਪਹੁਲ ਦਿਓ, ਚਰਨਾ ਅੰਮ੍ਰਿਤ ਦੇ ਦੇਵੋ। ਸੁਧ ਆਪਨੋ ਸਿੱਖ ਕਰ ਲੇਹੋ, ਆਪ ਕਿਰਪਾ ਕਰੋ ਸਤਿਗੁਰੂ ਜੀ, ਮੈਨੂੰ ਆਪਣਾ ਨਿਰੋਲ ਸਿੱਖ ਬਣਾ ਲਵੋ। ਸ਼ਰਦਾ ਅਚਲ ਦੇਖ ਸ਼੍ਰੀ ਅਰਜਨ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੇਖਿਆ ਇਹਦੇ ਅੰਦਰ ਬਹੁਤ ਜ਼ਿਆਦਾ ਸ਼ਰਧਾ ਟਿਕੀ ਹੋਈ ਹੈ। ਸੰਸੇ ਮਿਟੇ ਭਇਓ ਅਬ ਸੁਧ ਮਨ, ਹੁਣ ਇਹਦੇ ਮਨ ਦੇ ਅੰਦਰੋਂ ਹਰ ਪ੍ਰਕਾਰ ਦੇ ਸ਼ੰਕੇ ਮਿਟ ਗਏ ਨੇ, ਮਨ ਸ਼ੁੱਧ ਹੋ ਗਿਆ, ਨਿਰਮਲ ਹੋ ਗਿਆ ਹੈ। ਤਬ ਜਲ ਕੋ ਮੰਗਵਾਏ ਸੁਲੀਨ, ਉਸ ਸਮੇਂ ਸਤਿਗੁਰਾਂ ਨੇ ਜਲ ਮੰਗਵਾਇਆ। ਪਦ ਅਰਬਿੰਦ ਪਖਾਰਨ ਕੀਨ, ਗਰੀਬ ਨਵਾਜ਼ ਸਾਹਿਬ ਜੀ ਨੇ ਆਪਣੇ ਚਰਨਾਂ ਨੂੰ ਧੋਤਾ। ਪਦ ਅਰਵਿੰਦ ਪਖਾਰਨ ਕੀਨ, ਆਪਣੇ ਕਮਲ ਵਰਗੇ ਚਰਨਾਂ ਨੂੰ ਧੋਤਾ ਹੈ। ਸੈਤ ਭਾਰ ਜਾ ਭੂਪਤ ਪੀਵਾ, ਤੇ ਇਸ ਰਾਜੇ ਨੇ ਆਪਣੇ ਧਰਮ ਪਤਨੀ ਦੇ ਸਮੇਤ ਸਤਿਗੁਰਾਂ ਦੇ ਚਰਨ ਪਹੁਲ ਪ੍ਰਾਪਤ ਕੀਤੀ। ਸਤਿਗੁਰ ਕੋ ਸਿੱਖ ਮਨ ਤੇ ਥੀਵਾ, ਔਰ ਇਸ ਸਿੱਖ ਨੇ ਸੱਚੇ ਸਤਿਗੁਰੂ ਨੂੰ ਆਪਣੇ ਮਨ ਦੇ ਅੰਦਰ ਟਿਕਾ ਲਿਆ। ਤਬ ਭਾਈ ਕਲਿਆਣ ਬੁਲਾਇਓ, ਉਸ ਸਮੇਂ ਭਾਈ ਕਲਿਆਣਾ ਜੀ ਨੂੰ ਸਤਿਗੁਰਾਂ ਨੇ ਆਪਣੇ ਕੋਲ ਬੁਲਾਇਆ। ਇਹ ਉਪਕਾਰੀ ਤੁਝ ਕੋ ਲਿਆਇਓ, ਕਿ ਆ ਭਾਈ ਕਲਿਆਣਾ ਜੀ ਪਰਉਪਕਾਰੀ ਨੇ, ਤੁਹਾਨੂੰ ਸਾਡੇ ਤੱਕ ਲੈ ਕੇ ਆਏ ਨੇ। ਅੱਜ ਦਾ ਇਤਿਹਾਸ ਇੱਥੇ ਹੀ ਸਮਾਪਤ ਹੁੰਦਾ ਹੈ ਜੀ। ਕੱਲ ਸਮੇਂ ਸਿਰ ਆ ਕੇ ਅਗਲਾ ਇਤਿਹਾਸ ਸਰਵਣ ਕਰਨਾ। ਅੱਜ ਦੇ ਇਤਿਹਾਸ ਨੂੰ ਪੜ੍ਹਦਿਆਂ ਵਿਚਾਰਦਿਆਂ ਤੋਂ 10 ਪਾਸੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਕਰਨਾ। ਸਰਬੱਤ ਸੰਗਤਾਂ ਦਾ ਮਾਨ ਸਨਮਾਨ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਣ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮਦਾਨ ਰਾਖੋ ਹੀ ਐ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।